ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੁ ਤੇਗ ਬਹਾਦਰ ਪਰਮ ਵਾਹਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪੁੰਨ ਪੁੰਨ ਵਾਹਿਗੁਰੂ ਪੁੰਨ ਪੁੰਨ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਸੁਨ ਕਰ ਬੁੱਢਾ ਸਭਨ ਅਗਾਰੀ। ਖਰੋ ਹੋਏ ਪਗ ਬੰਧਨ ਤਾਰੀ। ਤਿਸ ਪੀਛੈ ਸਿੱਖ ਸੰਗਤ ਸਾਰੇ। ਕਰੀ ਨ ਮੈਂ ਸ਼੍ਰੀ ਅਮਰ ਅਗਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰਿ ਜਪੇ। ਗੁਰ ਕਿਰਪਾਲ ਜਪੈ ਤਾਂ ਅਵਗੁਣ ਸਭ ਛਪੇ। ਕਰਨ ਕਾਰਣ ਦੀਨ ਦਿਆਲ ਭਗਤ ਵਛਲ ਅਨਾਥ ਨਾਥ ਜਗਤ ਗੁਰੂ। ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ ਕਲਯੁਗੀ ਜੀਵਾਂ ਦੇ ਉਧਾਰ ਕਰਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ। ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਕਲਿਆਣਕਾਰੀ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਧੰਨ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਜਗਤ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਗੁਰਿਆਈ ਦਿੱਤੀ ਹੈ। ਸਿੰਘਾਸਣ ਤੇ ਬਿਠਾ ਕੇ 5 ਪੈਸੇ ਸ਼੍ਰੀ ਫਲ ਭੇਟ ਕਰਕੇ ਨਮਸਕਾਰ ਕੀਤੀ ਹੈ। ਬਚਨ ਫਰਮਾਇਆ
ਜਿਤਨੀਆਂ ਰਿੱਧਾਂ ਸਿੱਧਾਂ ਹਨ, ਅਜਮਤਾਂ ਸ਼ਕਤੀਆਂ ਹਨ, ਸਭ ਤੁਹਾਡੇ ਚਰਨਾਂ 'ਚ ਹਾਜ਼ਰ ਨੇ। ਧੰਨ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ, ਮਹਾਰਾਜ ਮੇਰਾ ਇਹਨਾਂ ਨਾਲ ਕੀ ਕੰਮ। ਗੁਰੂ ਅੰਗਦ ਪਾਤਸ਼ਾਹ ਕਹਿਣ ਲੱਗੇ, ਪੁਰਖਾ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਅਧੀਨ ਹੈ ਇਹ ਸਭ ਕੁਝ। ਜਿੱਥੇ ਗੁਰੂ ਨਾਨਕ ਸਾਹਿਬ ਦੀ ਜੋਤ ਜਾਏਗੀ ਉੱਥੇ ਆਪਣੇ ਆਪ ਹੀ ਹਾਜ਼ਰ ਹੋ ਜਾਣਗੀਆਂ ਹੱਥ ਜੋੜ ਕੇ। ਇਸ ਕਰਕੇ ਤਾਂ ਹਾਜ਼ਰ ਨੇ। ਇਹਨਾਂ ਨੂੰ ਸਵੀਕਾਰ ਕਰਨਾ ਚਾਹੇ ਨਹੀਂ ਕਰਨਾ ਇਹ ਤੁਹਾਡੇ ਅਖਤਿਆਰ ਹੈ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਗੁਰਿਆਈ ਦਾ ਤਿਲਕ ਦਿੱਤਾ ਹੈ। ਪੁੱਤਰਾਂ ਨੂੰ ਆਖਿਆ ਨਮਸਕਾਰ ਕਰੋ, ਪਰ ਪੁੱਤਰਾਂ ਨੇ ਉਸ ਵਕਤ ਇਨਕਾਰ ਕੀਤਾ। ਤੋ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਗੁਰੂ ਆਗਿਆ ਦੀ ਪਾਲਣਾ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਔਰ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਕਨ ਹਰ ਬੂੰਦ ਬਸੋ ਰੋਮਾਵਲ, ਕੁਸਮ ਬਸੰਤ ਗਨੰਤ ਨ ਆਵੈ, ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਨੈ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਐਸੇ ਦੀਨ ਦਿਆਲ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸੁਨ ਕਰ ਬੁੱਢਾ ਸਭਨੀ ਅਗਾਰੀ। ਜਦੋਂ ਸਤਿਗੁਰੂ ਜੀ ਨੇ ਨਮਸਕਾਰ ਕਰਨ ਦਾ ਹੁਕਮ ਕੀਤਾ ਕਿ ਗੁਰੂ ਅਮਰਦਾਸ ਸਾਹਿਬ ਨੂੰ ਮੇਰਾ ਰੂਪ ਜਾਣ ਕੇ ਨਮਸਕਾਰ ਕਰੋ, ਗੁਰੂ ਪਾਤਸ਼ਾਹ ਦੇ ਹੁਕਮ ਦੀ ਪਾਲਣਾ ਕਰਦਿਆਂ ਗੁਰੂ ਘਰ ਦੇ ਮਹਾਨ ਅਨਿਨ ਸੇਵਕ ਗੁਰਸਿੱਖੀ ਦੀ ਅਵਧ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਉੱਠ ਕੇ ਖੜੇ ਹਨ। ਖਰੋ ਹੋਏ ਪਗ ਬੰਧਨ ਤਾਰੀ। ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਸਾਨੁਖ ਖਲੋ ਕੇ ਚਰਨਾਂ ਤੇ ਬੰਦਨਾ ਕੀਤੀ। ਤਿਸ ਪੀਛੇ ਸਿੱਖ ਸੰਗਤ ਸਾਰੀ। ਬਾਬਾ ਬੁੱਢਾ ਸਾਹਿਬ ਜੀ ਦੇ ਪਿੱਛੇ ਪਿੱਛੇ ਜਿੰਨੀ ਸੰਗਤ ਸੀ, ਜਿੰਨੇ ਵੀ ਉਸ ਵੇਲੇ ਉੱਥੇ ਗੁਰਸਿੱਖ ਹਾਜ਼ਰ ਸਨ, ਕਰੀ ਨਮੈ ਸ਼੍ਰੀ ਅਮਰ ਅਗਾਰੀ। ਸਾਰੀ ਸੰਗਤ ਨੇ ਦੀਨ ਦੁਨੀਆ ਦੇ ਵਾਲੀ ਨਿਮਾਣਿਆਂ ਦੇ ਮਾਣ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਤੇ ਬੰਦਨਾ ਕੀਤੀ ਹੈ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੂੰ ਪ੍ਰਣਾਮ ਕੀਤੀ ਹੈ। ਸ਼੍ਰੀ ਅੰਗਦ ਨਿਜ ਸੁਤ ਦਿਸ਼ ਦੇਖਾ। ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਨੇ ਆਪਣੇ ਸਾਹਿਬਜ਼ਾਦਿਆਂ ਵੱਲ ਵੇਖਿਆ। ਉੱਠਿਓ ਨਾ ਮਨ ਮੈਂ ਗਰਭ ਵਿਸ਼ੇਖਾ। ਵੇਖਿਆ ਕਿ ਬਾਬਾ ਦਾਤੂ ਔਰ ਬਾਬਾ ਦਾਸੂ ਜੀ ਨਹੀਂ ਉੱਠੇ, ਜਿਨ੍ਹਾਂ ਦੇ ਮਨ ਵਿੱਚ ਗੁਰੂ ਪੁੱਤਰ ਹੋਣ ਦਾ ਮਾਣ ਸੀ ਕਿ ਅਸੀਂ ਗੁਰੂ ਅੰਗਦ ਸਾਹਿਬ ਦੇ ਸਪੁੱਤਰ ਹਾਂ। ਦਾਸੂ ਸਾਤ ਪਨਿਓ ਗੁਰਨਾਥ। ਸਤਿਗੁਰੂ ਜੀ ਨੇ ਆਪਣੇ ਸਪੁੱਤਰ ਬਾਬਾ ਦਾਸੂ ਜੀ ਨੂੰ ਇਹ ਬਚਨ ਕਹੇ, ਉੱਠ ਤੁਮ ਪੀਟੇ ਕੋ ਨਿਜ ਮਾਤ। ਕਹਿਣ ਲੱਗੇ ਬਾਬਾ ਦਾਸੂ ਜੀ ਉੱਠੋ, ਉੱਠ ਕੇ ਤੁਸੀਂ ਵੀ ਗੁਰੂ ਅਮਰਦਾਸ ਸਾਹਿਬ ਨੂੰ ਪ੍ਰਣਾਮ ਕਰੋ, ਇਹਨਾਂ ਨੂੰ ਨਮਸਕਾਰ ਕਰੋ। ਸੁਨੋ ਪਿਤਾ ਇਹ ਉਦਾਸ ਹਮਾਰਾ। ਸੁਣ ਕੇ ਬਾਬਾ ਦਾਸੂ ਜੀ ਨੇ ਜਵਾਬ ਦਿੱਤਾ, ਆਖਿਆ ਪਿਤਾ ਜੀ ਇਹ ਸਾਡੇ ਘਰ ਦਾ ਪਾਣੀ ਢੋਣ ਵਾਲਾ ਸਾਡਾ ਦਾਸ ਹੈ। ਇੱਕ ਤੋਲੀ ਨਸ ਮਮ ਅਧਿਕਾਰਾ। ਇੱਕ ਤਾਂ ਮੈਂ ਤੁਹਾਡਾ ਵੱਡਾ ਪੋਤਾ, ਇਹਨੇ ਮੇਰਾ ਅਧਿਕਾਰ ਜਿਹੜਾ ਮੇਰਾ ਹੱਕ ਸੀ ਉਹ ਅਧਿਕਾਰ ਮੇਰਾ ਇਹਨਾਂ ਨੇ ਲੈ ਲਿਆ। ਦੁਤੀਏ ਉੱਠ ਕਰ ਸੀਸ ਨਿਵਾਵੇਂ। ਇੱਕ ਤਾਂ ਮੇਰਾ ਹੱਕ ਖੋਹ ਲਿਆ ਇਹਨਾਂ ਨੇ, ਦੂਜਾ ਮੈਂ ਉੱਠ ਕੇ ਇਹਨਾਂ ਨੂੰ ਸੀਸ ਨਿਵਾਵਾਂ, ਇਹ ਕਿਵੇਂ ਹੋ ਸਕਦਾ ਹੈ? ਇਹ ਤੋ ਹਮ ਤੇ ਨੇ ਬਨ ਆਵੇ। ਏਡਾ ਵੱਡਾ ਮੈਂ ਤਿਆਗੀ ਨਹੀਂ ਹਾਂ ਕਿ ਇੱਕ ਤਾਂ ਮੇਰਾ ਹੱਕ ਹੀ ਖੋਹ ਲੈਣ ਤੇ ਦੂਜਾ ਮੈਂ ਉੱਠ ਕੇ ਇਹਨਾਂ ਨੂੰ ਪ੍ਰਣਾਮ ਕਰਾਂ, ਇਹ ਨਹੀਂ ਮੇਰੇ ਕੋਲੋਂ ਹੋ ਸਕਦਾ।
ਮੈਂ ਇਉਂ ਨਹੀਂ ਇਹਨਾਂ ਨੂੰ ਨਮਸਕਾਰ ਕਰ ਸਕਦਾ। ਨਿਜ ਸਥਾਨ ਪਰ ਇਹੀ ਟਿਕਾਏ। ਤੁਸੀਂ ਆਪਣੇ ਅਸਥਾਨ ਤੇ ਆਪਣੀ ਜਗ੍ਹਾ ਤੇ ਇਹਨਾਂ ਨੂੰ ਟਿਕਾ ਦਿੱਤਾ ਹੈ। ਹਮਕੋ ਛੂਛੇ ਰਾਖ ਸਿਧਾਏ। ਪਿਤਾ ਜੀ ਸਾਨੂੰ ਤੁਸੀਂ ਖਾਲੀ ਛੱਡ ਕੇ ਚੱਲੇ ਹੋ, ਸਾਨੂੰ ਤੁਸੀਂ ਸਖਣੇ ਕਰਕੇ ਚੱਲੇ ਹੋ। ਤੁਮ ਸੋ ਕਿਆ ਬਸ ਚਲੇ ਹਮਾਰੋ। ਮਹਾਰਾਜ ਜੀ ਤੁਸੀਂ ਸਮਰੱਥ ਦੇਵ ਹੋ, ਤੁਹਾਡੇ ਤੇ ਸਾਡਾ ਕੀ ਵਸ ਚੱਲਦਾ ਹੈ? ਅਸੀਂ ਕਿਹੜਾ ਤੁਹਾਡੇ ਤੇ ਕੋਈ ਜ਼ੋਰ ਪਾ ਸਕਦੇ ਹਾਂ ਪਿਤਾ ਜੀ। ਕਿਉ ਪੰਥ ਸਭ ਜਗ ਤੇ ਨਿਆਰੋ। ਤੁਸੀਂ ਇਹ ਪੰਥ ਸਾਰੇ ਜਗਤ ਤੋਂ ਨਿਆਰਾ ਪੰਥ ਸਾਜਿਆ। ਇਹ ਸਿੱਖ ਪੰਥ ਦੁਨੀਆ ਦੇ ਸਾਰੇ ਪੰਥਾਂ ਚੋਂ ਨਿਰਾਲਾ ਪੰਥ ਹੈ। ਜਿਮ ਤੁਮ ਦਾਸ ਹੋਏ ਕਰ ਪਾਈ। ਜਿਵੇਂ ਤੁਸੀਂ ਗੁਰੂ ਨਾਨਕ ਸਾਹਿਬ ਦੇ ਸੇਵਕ ਬਣ ਕੇ ਉਹਨਾਂ ਕੋਲੋਂ ਵਡਿਆਈ ਪ੍ਰਾਪਤ ਕੀਤੀ ਸੀ, ਔਰ ਉਹਨਾਂ ਦੇ ਸਾਹਿਬਜ਼ਾਦੇ ਨਹੀਂ ਸਨ ਪ੍ਰਾਪਤ ਕਰ ਸਕੇ। ਤਿਮ ਅਬਦਈ ਦਾਸ ਵਡਿਆਈ। ਉਸੇ ਤਰ੍ਹਾਂ ਜਿਵੇਂ ਤੁਸੀਂ ਦਾਸ ਬਣ ਕੇ ਲਈ ਸੀ ਵਡਿਆਈ, ਇਸੇ ਤਰ੍ਹਾਂ ਆਪਣੇ ਦਾਸ ਨੂੰ ਤੁਸੀਂ ਉਹ ਵਡਿਆਈ ਬਖਸ਼ ਦਿੱਤੀ ਹੈ। ਸੁਨ ਦਾਸੂ ਤੇ ਦਾਤੂ ਸਾਥ। ਬਾਬਾ ਦਾਸੂ ਜੀ ਨੇ ਜਦੋਂ ਜਵਾਬ ਦਿੱਤਾ, ਫਿਰ ਸਤਿਗੁਰੂ ਜੀ ਬਾਬਾ ਦਾਤੂ ਜੀ ਨੂੰ ਕਹਿਣ ਲੱਗੇ, ਆਗਿਆ ਕਹਿ ਗੁਰ ਟੇਕੋ ਮਾਤ। ਆਖਿਆ ਦਾਤੂ ਪੁੱਤ ਤੂੰ ਉੱਠ ਕੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰ। ਤਿਨ ਪੀਨੇ ਮਾਨੀ ਥਿਤ ਰਹਿਓ। ਬਾਬੇ ਦਾਤੂ ਨੇ ਵੀ ਇਹ ਗੱਲ ਨਹੀਂ ਮੰਨੀ, ਉਹ ਵੀ ਉਸੇ ਤਰ੍ਹਾਂ ਹੀ ਥਿਤ ਰਹੇ। ਆਖਿਆ ਜੇ ਉਹ ਬਚਨ ਮੇਰੇ ਵੱਡੇ ਭਰਾਤਾ ਨੇ ਕਹੇ ਨੇ, ਮੈਂ ਵੀ ਉਹੀ ਕਹਿ ਰਿਹਾ। ਨਿਜ ਵਡਿਆਈ ਕੋ ਬਚ ਕਹਿਓ। ਉਹਨਾਂ ਨੇ ਵੀ ਆਪਣੀ ਵਡਿਆਈ ਦੇ ਬਚਨ ਕਹੇ। ਗੁਰੂ ਪੁੱਤਰ ਹੋਣ ਦਾ ਮਨ ਚ ਮਾਣ ਸੀ। ਖਾਲਸਾ ਜੀ ਇਹ ਤਾਂ ਸੁਭਾਵਕ ਸੀ। ਇੱਥੇ ਤਾਂ ਗੁਰੂ ਘਰ ਵਿੱਚ ਜੇ ਕੋਈ ਸੇਵਾਦਾਰ ਵੀ ਹੋਵੇ ਉਹਨੂੰ ਵੀ ਗਰੂਰ ਹੁੰਦਾ ਹੈ। ਕੋਈ ਸੇਵਾ ਕਰਨ ਵਾਲਾ ਵੀ ਹੋਵੇ ਕਿ ਮੈਂ ਸੇਵਕ ਹਾਂ। ਇਹ ਤਾਂ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਸੀ, ਗੁਰੂ ਦੇ ਪੁੱਤਰ ਸੀ। ਮਾਣ ਹੋਣਾ ਸੁਭਾਵਕ ਹੀ ਸੀ ਮਨ 'ਚ ਕਿ ਅਸੀਂ ਗੁਰੂ ਦੇ ਸਾਹਿਬਜ਼ਾਦੇ ਹਾਂ, ਅਸੀਂ ਸੇਵਕ ਨੂੰ ਕਿਵੇਂ ਨਮਸਕਾਰ ਕਰੀਏ। ਇਉਂ ਮਨ ਦੇ ਵਿੱਚ ਬਾਬੇ ਦਾਤੂ ਦੇ ਹਿਰਦੇ 'ਚ ਮਾਣ ਹੈ। ਸ਼੍ਰੀ ਅੰਗਦ ਤੂਸ਼ਨ ਮੁਖ ਤਾਰੀ। ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਚੁੱਪ ਕਰ ਗਏ ਜਦੋਂ ਦੋਨਾਂ ਸਾਹਿਬਜ਼ਾਦਿਆਂ ਨੇ ਜਵਾਬ ਦੇ ਦਿੱਤਾ। ਫਿਰ ਗੁਰੂ ਅੰਗਦ ਸਾਹਿਬ ਜੀ ਨੇ ਅੱਗੋਂ ਕੋਈ ਇਹਨਾਂ ਨੂੰ ਬਚਨ ਨਹੀਂ ਆਖਿਆ। ਭਲੀ ਬੁਰੀ ਸੁਤ ਸੋ ਨਾ ਉਚਾਰੀ। ਮਹਾਰਾਜ ਜੀ ਨੇ ਕੋਈ ਭਲਾ ਬੁਰਾ ਇਹ ਨਹੀਂ ਆਖਿਆ ਵੀ ਚੰਗਾ ਹੈ ਜਾਂ ਬੁਰਾ ਹੈ। ਪਾਤਸ਼ਾਹ ਬਿਲਕੁਲ ਹੀ ਮੌਨ ਹੋ ਗਏ। ਪੁਨ ਸੰਗਤ ਮੈਂ ਕਿਉ ਸੁਨਾਈ। ਸਾਰੀ ਸੰਗਤ ਵਿੱਚ ਪਾਤਸ਼ਾਹ ਨੇ ਗਰਜ ਕੇ ਬਚਨ ਸੁਣਾਏ। ਕਹਿਣ ਲੱਗੇ, ਮਮ ਸਰੂਪ ਅਬ ਇਹ ਸੁਹਾਈ। ਆਖਿਆ ਸਾਧ ਸੰਗਤ ਜੀਓ, ਅੱਜ ਤੋਂ ਬਾਅਦ ਗੁਰੂ ਅਮਰਦਾਸ ਸਾਹਿਬ ਜੀ ਮੇਰਾ ਸਵਰੂਪ ਹਨ। ਮੈਂ ਔਰ ਇਹ ਦੋਵੇਂ ਹੀ ਇੱਕ ਮਿਕ ਹੋ ਗਏ ਹਾਂ। ਸਰੀਰਾਂ ਦੇ ਭੇਦ ਕਰਕੇ ਵਖਰੇਵਾਂ ਭਵੇਂ ਦਿਸਦਾ ਹੋਵੇ, ਪਰ ਇਹਨਾਂ ਵਿੱਚ ਔਰ ਮੇਰੇ 'ਚ ਕੋਈ ਭੇਦ ਨਹੀਂ ਰਿਹਾ। ਮੋਹ ਮੈਂ ਇਸ ਮੈਂ ਭੇਦ ਨ ਜਾਣੋ। ਮੇਰੇ ਵਿੱਚ ਔਰ ਇਹਨਾਂ ਵਿੱਚ ਕੋਈ ਭੇਦ ਨਹੀਂ ਹੈ। ਇੱਕ ਸਰੂਪ ਦੋਹਾਂ ਕੋ ਮਾਨੋ। ਸਾਨੂੰ ਦੋਨਾਂ ਨੂੰ ਇੱਕ ਸਰੂਪ ਕਰਕੇ ਹੀ ਜਾਣਨਾ ਹੈ, ਇੱਕ ਸਵਰੂਪ ਕਰਕੇ ਹੀ ਵੇਖਣਾ ਹੈ। ਪੁਨ ਸ਼੍ਰੀ ਸਤਿਗੁਰ ਆਗਿਆ ਕਰੀ। ਫਿਰ ਸਤਿਗੁਰੂ ਜੀ ਨੇ ਆਗਿਆ ਕੀਤੀ। ਗੁਰੂ ਅੰਗਦ ਦੇਵ ਸਾਹਿਬ ਜੀ ਨੇ ਭੋਜਨ ਤਿਆਰ ਹੋਏ ਇਸ ਕਰੀ। ਕਿ ਭਾਈ ਦੱਸੋ ਪ੍ਰਸ਼ਾਦਾ ਕਿਸ ਵੇਲੇ ਤਿਆਰ ਹੋਣਾ? ਸਭ ਸੰਗਤ ਕੋ ਦਿਓ ਆਹਾਰਾ। ਜਿੰਨੀ ਸੰਗਤ ਆਈ ਹੈ ਸਭ ਨੂੰ ਭੋਜਨ ਛਕਾਓ। ਇਹ ਹੁਕਮ ਮਹਾਰਾਜ ਜੀ ਨੇ ਕੀਤਾ ਲਾਂਗਰੀ ਸਿੱਖਾਂ ਨੂੰ ਕਿ ਭਾਈ ਭੋਜਨ ਤਿਆਰ ਕਰੋ। ਜਿੰਨੀ ਸੰਗਤ ਆਈ ਹੈ ਸਾਰੀ ਸੰਗਤ ਨੂੰ ਭੋਜਨ ਗ੍ਰਹਿਣ ਕਰਵਾਓ। ਸਭ ਮਿਲ ਕਰੋ ਆਨੰਦ ਉਦਾਰਾ। ਸਾਰੇ ਮਿਲ ਕੇ ਆਨੰਦਿਤ ਹੋਵੋ। ਕਿਸੇ ਨੇ ਸ਼ੋਕ ਨਹੀਂ ਮਨਾਉਣਾ, ਕਿਸੇ ਨੇ ਦੁੱਖ ਨਹੀਂ ਮਨਾਉਣਾ। ਤਬ ਸ਼੍ਰੀ ਅਮਰ ਉੱਠਿਓ ਹਿਤ ਤਾਰ। ਮਹਾਰਾਜ ਜੀ ਦੇ ਬਚਨ ਸੁਣ ਕੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਬੜੇ ਪ੍ਰੇਮ ਨਾਲ ਉੱਠੇ ਵੀ ਜਾ ਕੇ ਭੱਜ ਕੇ ਸੇਵਾ ਕਰੀਏ ਲੰਗਰਾਂ 'ਚ। ਗੁਰੂ ਪਦਵੀ ਨੂੰ ਪ੍ਰਾਪਤ ਹੋ ਗਏ ਨੇ, ਪਰ ਸੇਵਾ ਦਾ ਭਾਵ ਹਾਲੇ ਵੀ ਮਨ ਵਿੱਚ ਹੈ। ਜਦੋਂ ਗੁਰੂ ਅੰਗਦ ਸਾਹਿਬ ਨੇ ਕਿਹਾ ਨਾ ਵੀ ਲੰਗਰ ਤਿਆਰ ਕਰੋ, ਸੰਗਤ ਨੂੰ ਭੋਜਨ ਛਕਾਓ, ਤਾਂ ਸਭ ਤੋਂ ਪਹਿਲਾਂ ਗੁਰੂ ਅਮਰਦਾਸ ਸਾਹਿਬ ਜੀ ਤਖਤ ਤੋਂ ਉੱਠੇ। ਇਹ ਨਹੀਂ ਸੋਚਿਆ ਵੀ ਮੈਂ ਹੁਣ ਗੁਰੂ ਹੋ ਗਿਆ,
ਮੈਨੂੰ ਸੇਵਾ ਦੀ ਕੀ ਲੋੜ ਹੈ। ਸਤਿਗੁਰੂ ਜੀ ਪਿਰਤ ਪਾ ਰਹੇ ਨੇ, ਗੁਰੂ ਘਰ ਵਿੱਚ ਸਿੱਖ ਜਿੰਨੇ ਮਰਜੀ ਵੱਡੇ ਰੁਤਬੇ ਤੇ ਚਲਾ ਜਾਵੇ, ਗੁਰੂ ਕੀ ਸੇਵਾ ਸਭ ਤੋਂ ਉੱਤਮ ਤੇ ਸ੍ਰੇਸ਼ਟ ਹੈ। ਮਨ 'ਚ ਕਦੇ ਇਸ ਭਾਵ ਨੂੰ ਨਾ ਲੈ ਕੇ ਆਵੇ ਕਿ ਮੈਂ ਇਸ ਪਦਵੀ ਤੇ ਬੈਠਾ ਤੇ ਗੁਰੂ ਘਰ ਝਾੜੂ ਫੇਰਦਾ ਚੰਗਾ ਲੱਗਾਂਗਾ, ਜਾਂ ਲੰਗਰ ਵਿੱਚ ਲੰਗਰ ਵਰਤਾਉਂਦਾ ਚੰਗਾ ਲੱਗਾਂਗਾ। ਇਹ ਭਾਵ, ਇਹ ਸੰਕਲਪ ਕਦੇ ਫੁਰੇ ਵੀ ਨਾ ਸਿੱਖ ਦੇ ਮਨ ਵਿੱਚ। ਤੋ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਉਸੇ ਵੇਲੇ ਤਖਤ ਤੋਂ ਉੱਠੇ ਨੇ, ਲੰਗਰ ਵੱਲ ਗਏ ਹਨ। ਕੀਨ ਸਜਾਏ ਆਹਾਰ ਸੁਤਿਆਰ। ਖੁਦ ਗੁਰੂ ਅਮਰਦਾਸ ਸਾਹਿਬ ਜੀ ਨੇ ਨਾਲ ਆਪ ਲੱਗ ਕੇ ਲੰਗਰ ਤਿਆਰ ਕੀਤਾ। ਲੰਗਰ ਤਿਆਰ ਕਰਨ ਲੱਗੇ, ਸਤਿਗੁਰ ਆਪ ਜਾਏ ਕਰ ਖਾਇਵ। ਸਤਿਗੁਰੂ ਜੀ ਨੇ ਆਪ ਜਾ ਕੇ ਲੰਗਰ ਛਕਿਆ। ਗੁਰੂ ਅੰਗਦ ਸਾਹਿਬ ਜੀ ਨੇ ਪੁਨ ਸਭ ਸੰਗਤ ਮੈਂ ਵਰਤਾਇਵ। ਪਹਿਲਾਂ ਸਤਿਗੁਰੂ ਜੀ ਨੇ ਲੰਗਰ ਛਕਿਆ, ਮੁੜ ਕੇ ਫਿਰ ਸੰਗਤ ਵਿੱਚ ਪ੍ਰਸ਼ਾਦਾ ਵਰਤਾਇਆ। ਇਹੀ ਮਰਿਆਦਾ ਹੈ ਗੁਰੂ ਘਰ ਦੀ। ਹੁਣ ਵੀ ਲੰਗਰ ਤਿਆਰ ਹੋਵੇ ਗੁਰੂ ਲੰਗਰਾਂ 'ਚ, ਪਹਿਲਾਂ ਥਾਲ 'ਚ ਲੰਗਰ ਪਕਾ ਕੇ ਸਜਾ ਕੇ ਥਾਲ ਗੁਰੂ ਸਾਹਿਬ ਜੀ ਨੂੰ ਭੇਟ ਕੀਤਾ ਜਾਂਦਾ। ਤੋ ਮਹਾਰਾਜ ਜੀ ਅੱਗੇ ਅਰਦਾਸ ਕਰਕੇ ਫਿਰ ਲੰਗਰ ਵਰਤਾਉਣ ਦੀ ਇਹ ਮਰਿਆਦਾ ਹੁਣ ਵੀ ਪੰਥ ਵਿੱਚ ਹੈ। ਗੁਰੂ ਅੰਗਦ ਸਾਹਿਬ ਨੇ ਪਹਿਲਾਂ ਲੰਗਰ ਛਕਿਆ, ਮੁੜ ਕੇ ਬਾਅਦ ਵਿੱਚ ਸਾਰੀ ਸੰਗਤ ਵਿੱਚ ਲੰਗਰ ਵਰਤਾਇਆ। ਆਪਨ ਸਿੰਘਾਸਨ ਪਰ ਗੁਰ ਗਏ। ਸਤਿਗੁਰੂ ਜੀ ਫਿਰ ਆਪਣੇ ਸਿੰਘਾਸਣ ਤੇ ਚੱਲ ਕੇ ਆਏ। ਅਤ ਆਨੰਦ ਜੁਤ ਸ਼ੋਭਤ ਪਏ। ਬੜੇ ਆਨੰਦ ਸਹਿਤ ਸਤਿਗੁਰੂ ਜੀ ਸੋਹਣੇ ਸਿੰਘਾਸਣ ਦੇ ਉੱਤੇ ਆ ਕੇ ਸ਼ੋਭਨੀਕ ਹੋਏ। ਮਿਲੀ ਪਰਸ ਪਰ ਸਿੱਖ ਸਮੁਦਾਇ। ਜਿੰਨੇ ਸਿੱਖ ਸਨ ਸਾਰੇ ਆਪਸ ਵਿੱਚ ਮਿਲੇ ਗਿਲੇ ਹਨ। ਪੂਰ ਬਲੀ ਕੈ ਬਾਤ ਸੁਨਾਈ। ਸਿੱਖ ਕਈ ਆਪਸ ਵਿੱਚ ਪਹਿਲੀਆਂ ਗੱਲਾਂ ਕਰਨ ਲੱਗੇ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਦੀਆਂ, ਜਿਹੜੇ ਵਿੱਚ ਕੁਝ ਪੁਰਾਣੇ ਸਿੱਖ ਸਨ ਜਾਂ ਜਿਨ੍ਹਾਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਬਾਬਤ ਸੁਣਿਆ ਹੋਇਆ ਸੀ। ਉਹ ਸਿੱਖ ਆਪਸ ਵਿੱਚ ਜਿਵੇਂ ਸੁਭਾਵਕ ਗੱਲਬਾਤ ਕਰੀਦੀ ਹੈ, ਏਦਾਂ ਗੱਲਾਂ ਕਰ ਰਹੇ ਨੇ। ਸ਼੍ਰੀ ਨਾਨਕ ਨਿਜ ਦੇਹ ਸਮੇਤ। ਗੱਲਾਂ ਕੀ ਕਰਦੇ ਨੇ ਸਿੱਖ ਆਪਸ 'ਚ? ਕਹਿੰਦੇ ਗੁਰੂ ਨਾਨਕ ਪਾਤਸ਼ਾਹ ਤਾਂ ਸਰੀਰ ਦੇ ਸਮੇਤ ਹੀ ਸੱਚਖੰਡ ਗਏ ਨੇ, ਕਿਉਂਕਿ ਜਦੋਂ ਉੱਥੇ ਝਗੜਾ ਹੋਇਆ ਕਰਤਾਰਪੁਰ ਸਾਹਿਬ ਤਾਂ ਉੱਥੇ ਕੱਲਾ ਚਾਦਰਾ ਹੀ ਰਹਿ ਗਿਆ ਸੀ। ਸਤਿਗੁਰਾਂ ਦਾ ਸਰੀਰ ਅੰਤਰ ਧਿਆਨ ਹੋ ਗਿਆ ਸੀ ਕਿ ਉਹ ਤਾਂ ਸਰੀਰ ਦੇ ਸਮੇਤ ਹੀ ਸੱਚਖੰਡ ਗਏ ਨੇ। ਕੀਨ ਗਮਨ ਬੈਕੁੰਠ ਨਿਕੇਤ। ਔਰ ਉਹ ਬੈਕੁੰਠ ਨੂੰ ਗਏ ਨੇ, ਸੱਚਖੰਡ ਨੂੰ ਗਏ ਨੇ ਸਰੀਰ ਦੇ ਸਮੇਤ। ਭਗਤ ਕਬੀਰ ਆਦ ਜੇ ਪਏ। ਬੜੇ ਬੜੇ ਮਹਾਂਪੁਰਸ਼ ਕਬੀਰ ਜੀ ਵਰਗੇ, ਰਵਿਦਾਸ ਜੀ ਵਰਗੇ ਭਗਤ ਹੋਏ। ਬਹੁਤ ਸਰੀਰ ਸਮੇਤ ਸੋ ਗਏ। ਕਈਆਂ ਬਾਰੇ, ਕਬੀਰ ਜੀ ਬਾਰੇ ਇਹ ਪ੍ਰਚਲਿਤ ਹੈ ਵੀ ਉਹ ਵੀ, ਉਹਨਾਂ ਦਾ ਵੀ ਸਰੀਰ ਕਹਿੰਦੇ ਉਹਨਾਂ ਨੇ ਅਲੋਪ ਕਰ ਲਿਆ ਸੀ। ਕਹਿੰਦੇ ਬੜੇ ਬੜੇ ਮਹਾਂਪੁਰਸ਼ਾਂ ਬਾਰੇ ਐਸਾ ਸੁਣੀਦਾ ਹੈ। ਇਮ ਵਿਚਾਰ ਸਿੱਖਨ ਮੈਂ ਹੋਈ। ਵਿਚਾਰ ਚੱਲ ਰਹੀ ਸਿੱਖਾਂ 'ਚ, ਕਿਉਂਕਿ ਗੁਰੂ ਅੰਗਦ ਸਾਹਿਬ ਜੀ ਦੇ ਬਾਰੇ ਹੁਣ ਸਾਰਿਆਂ ਦੇ ਮਨ ਵਿੱਚ ਹੈ ਕਿ ਜੇ ਉਹਨਾਂ ਨੇ ਆਪਣੀ ਜੋਤ ਗੁਰੂ ਅਮਰਦਾਸ ਸਾਹਿਬ ਵਿੱਚ ਰੱਖ ਦਿੱਤੀ, ਇਹਦਾ ਮਤਲਬ ਹੁਣ ਆਪ ਸੱਚਖੰਡ ਜਾਣਗੇ। ਤੋ ਸਿੱਖਾਂ ਵਿੱਚ ਇਹ ਚਰਚਾ ਚੱਲ ਰਹੀ ਹੈ। ਸ਼੍ਰੀ ਅੰਗਦ ਜਾਨੀ ਮਨ ਸੋਈ। ਹੁਣ ਸਿੱਖਾਂ ਨੇ ਇਹ ਤਾਂ ਨਹੀਂ ਆਖਿਆ ਵੀ ਗੁਰੂ ਅੰਗਦ ਸਾਹਿਬ ਵੀ ਖਬਰੇ ਸਣੇ ਦੇ ਜਾਣਗੇ ਸੱਚਖੰਡ ਜਾਂ ਨਹੀਂ, ਪਰ ਮਨ ਵਿੱਚ ਤਾਤਪਰ ਜਿਹੀ ਸੀ ਕਹਿਣ ਦਾ। ਗੱਲ ਤਾਂ ਇੰਨੀ ਕੀਤੀ ਉਹਨਾਂ ਨੇ ਕਿ ਗੁਰੂ ਨਾਨਕ ਸਾਹਿਬ ਸਰੀਰ ਸਮੇਤ ਸੱਚਖੰਡ ਗਏ ਨੇ। ਕਈ ਮਹਾਂਪੁਰਸ਼ ਏਦਾਂ ਕਰਦੇ ਨੇ। ਹੁਣ ਜਾਣੀ ਜਾਣ ਸਤਿਗੁਰੂ ਗੁਰੂ ਅੰਗਦ ਸਾਹਿਬ ਸਮਝ ਗਏ ਵੀ ਸਿੱਖਾਂ ਦੇ ਮਨ ਵਿੱਚ ਇਹ ਸੰਦੇਹ ਆ ਗਿਆ ਵੀ ਅਸੀਂ ਇਹ ਸਰੀਰ ਰੱਖਾਂਗੇ ਇੱਥੇ ਧਰਤੀ ਤੇ, ਇਹਨੂੰ ਤਿਆਗ ਕੇ ਜਾਵਾਂਗੇ ਜਾਂ ਸਰੀਰ ਸਮੇਤ ਜਾਵਾਂਗੇ। ਇਹ ਸੰਦੇਹ ਇਹਨਾਂ ਦੇ ਮਨ ਵਿੱਚ ਹੈ। ਹਿਰਦੇ ਵਿਚਾਰੇ ਸ਼ੰਕਾ ਇਨਕੇ। ਸਤਿਗੁਰੂ ਜੀ ਨੇ ਵਿਚਾਰ ਕੀਤੀ ਕਿ ਇਹਨਾਂ ਦੇ ਮਨ ਦਾ ਸ਼ੰਕਾ ਹੈ। ਨੀਕੇ ਨੇ ਵਿਵੇਕ ਮਨ ਜਿਨਕੇ। ਇਹ ਸ਼ੰਕਾ ਕਰਨਾ ਸਹੀ ਨਹੀਂ ਹੈ। ਇਹ ਸਰੀਰ ਤਾਂ ਮਿੱਟੀ ਹੈ, ਇਹਨੂੰ ਕੋਈ ਤਿਆਗ ਦੇਵੇ ਚਾਹੇ ਕੋਈ ਸਮੇਤ ਲੈ ਜਾਵੇ, ਐਸਾ ਤਾਂ ਨਹੀਂ ਹੈ ਵੀ ਇਹ ਤਾਂ ਸਰੀਰ ਹੈ। ਗੱਲ ਤਾਂ ਅੰਦਰ ਦੀ ਜੋਤ ਦੀ ਹੋ ਰਹੀ ਹੈ ਤੇ ਸਰੀਰ ਤਾਂ ਨਸ਼ਵਰ ਹੈ ਨਹੀਂ ਨੇ, ਪਰ ਇਹਨਾਂ ਦੇ ਮਨ ਵਿੱਚ ਸ਼ੰਕਾ, ਜਿਸ ਕਰਕੇ ਇਹਨਾਂ ਦਾ ਵਿਵੇਕ ਜਿਹੜਾ ਉਹ ਮੰਦ ਹੋ ਗਿਆ। ਹਾਂਜੀ,
ਦੇਹ ਸਨੇ ਨ ਸੰਤਨ ਮਾਈ। ਜਿਹੜੇ ਸਤਪੁਰਸ਼ ਹੁੰਦੇ ਐ ਉਹ ਆਪਣੇ ਸਰੀਰ ਦਾ ਸਨੇਹ ਨਹੀਂ ਕਰਦੇ। ਸਰੀਰ ਨੂੰ ਤਿਆਗਣਾ, ਗ੍ਰਹਿਣ ਕਰਨਾ, ਉਹ ਇਸ ਤੋਂ ਅਸੰਗ ਹੋ ਕੇ ਰਹਿੰਦੇ ਆ। ਜਿਹੜੇ ਮਹਾਤਮਾ ਹਨ ਉਹ ਸਰੀਰ ਨਾਲ ਸਨੇਹ ਨਹੀਂ ਕਰਦੇ ਵੀ ਸਰੀਰ ਨੂੰ ਨਾਲ ਹੀ ਲੈ ਜਾਈਏ। ਉਹ ਤਾਂ ਗੁਰੂ ਨਾਨਕ ਸਾਹਿਬ ਦੀ ਖੇਡ ਹੈ। ਉਹਨਾਂ ਨੇ ਆਪ ਹੀ ਪਰਮੇਸ਼ਰ ਰੂਪ ਨੇ ਕਲਾ ਵਰਤਾਈ ਤਾਂ ਜੋ ਇਹ ਝਗੜਾ ਜਿਹੜਾ ਸੀ ਸਿੱਖਾਂ ਦਾ ਉਹ ਨਿਬੇੜਨਾ ਸੀ। ਉਹ ਗੁਰੂ ਸਾਹਿਬ ਜੀ ਦੀ ਆਪਣੀ ਲੀਲਾ ਸੀ। ਇਸ ਕਰਕੇ ਇਹਨਾਂ ਨੂੰ ਸਿੱਖਾਂ ਨੂੰ ਇਹ ਦੱਸਣਾ ਪਵੇਗਾ ਕਿ ਸਤਪੁਰਸ਼ ਜਿਹੜੇ ਨੇ ਉਹ ਇਹਨਾਂ ਸਰੀਰਾਂ ਦੇ ਸਨੇਹੀ ਨਹੀਂ ਹੁੰਦੇ। ਉਹ ਇਹਨਾਂ ਸਰੀਰਾਂ ਨੂੰ ਆਪਣਾ ਰੂਪ ਨਹੀਂ ਮੰਨਦੇ। ਖਾਲਸਾ ਜੀ, ਸਾਨੂੰ ਕੋਈ ਪੁੱਛੇ ਅਸੀਂ ਕਹਿੰਦੇ ਫਲਾਣਾ ਸੀ, ਉਹ ਸਾਡੇ ਸਰੀਰ ਵੱਲ ਹੀ ਧਿਆਨ ਜਾਂਦਾ ਹੈ। ਸ਼ੀਸ਼ੇ ਮੂਹਰੇ ਖਲੋ ਕੇ ਘੰਟਿਆਂ ਬੱਧੀ ਕਹਿੰਦੇ ਮੈਂ ਹਾਂ। ਭਲਾ ਕਦੇ ਉਹਨੂੰ ਪੁੱਛੋ ਵੀ ਮੈਂ ਹਾਂ ਕਿ ਮੇਰਾ ਸਰੀਰ ਹੈ ਇਹ? ਕਦੇ ਤਾਂ ਨਹੀਂ ਕਹਿੰਦੇ ਵੀ ਮੈਂ ਸਰੀਰ ਹਾਂ, ਇਹੀ ਕਹਿੰਦੇ ਆ ਮੇਰਾ ਸਰੀਰ ਹੈ। ਸ਼ੀਸ਼ੇ ਵਿੱਚ ਵੇਖੀਏ ਤੇ ਸ਼ੀਸ਼ੇ ਵਿੱਚ ਖੜੀ ਜਿਹੜੀ ਮੂਰਤ ਦਿਸਦੀ ਹੈ ਉਹਨੂੰ ਅਸੀਂ ਇਹ ਨਹੀਂ ਕਹਿੰਦੇ ਮੈਂ ਹਾਂ। ਜੇ ਕਹੀਏ ਮੈਂ ਹਾਂ ਤੇ ਫਿਰ ਸਵਾਲ ਹੁੰਦਾ ਵੀ ਇਹ ਹੈ ਤੂੰ? ਕਹਿੰਦਾ ਨਹੀਂ, ਇਹ ਮੇਰਾ ਸਰੀਰ ਹੈ। ਤੋ ਸਤਪੁਰਸ਼ਾਂ ਅੰਦਰ ਇਹ ਨਿਸ਼ਚਾ ਪਰਪੱਕ ਹੋ ਜਾਂਦਾ ਹੈ। ਉਹ ਆਪਣੇ ਆਪ ਨੂੰ ਸਰੀਰ ਕਰਕੇ ਨਹੀਂ ਮੰਨਦੇ। ਉਹ ਸਰੀਰ ਦੇ ਮੋਹ ਤੋਂ, ਮਮਤਾ ਤੋਂ ਰਹਿਤ ਹੋ ਜਾਂਦੇ ਹਨ। ਇਮ ਸੂਛਮ ਗਤ ਜਾਣੇ ਨਾਈ। ਇਹ ਜਿਹੜੀ ਸੂਖਸ਼ਮ ਗਤ ਹੈ ਇਹ ਸ਼ੰਕਾ ਕਰਨ ਵਾਲੇ ਸਿੱਖਾਂ ਨੇ ਨਹੀਂ ਜਾਣੀ। ਜੇ ਇਨ ਕੀ ਮਨ ਸ਼ੰਕ ਨ ਜਾਏ। ਇਹ ਇਹਨਾਂ ਦੇ ਮਨ ਦਾ ਇਹ ਸ਼ੰਕਾ ਦੂਰ ਨਹੀਂ ਹੋਇਆ। ਮਮ ਸੰਗਤ ਕੋ ਕਿਆ ਫਲ ਪਾਏ। ਫਿਰ ਇਹਨਾਂ ਨੂੰ ਮੇਰੀ ਸੰਗਤ ਦਾ ਕੀ ਲਾਭ ਹੋਇਆ ਜੇ ਮੇਰੀ ਸੰਗਤ ਕਰਕੇ ਵੀ ਮਨ 'ਚ ਸ਼ੰਕਾ ਬਣਿਆ ਰਿਹਾ? ਇਹਦਾ ਮਤਲਬ ਫਿਰ ਗੁਰੂ 'ਚ ਹੀ ਕਮੀ ਹੈ। ਪੂਰੇ ਗੁਰੂ ਨੇ ਸ਼ੰਕਾ ਨਿਵਾਰਿਆ ਨਾ ਤੇ ਕਹਿੰਦੇ ਫਿਰ ਗੱਲ ਨਹੀਂ ਬਣਨੀ। ਹਾਂਜੀ, ਪੁਨ ਮਹਾਨ ਬ੍ਰਿਥਾ ਸਭ ਖੋਵੇ। ਕਹਿੰਦੇ ਜੇ ਮੇਰੀ ਸੰਗਤ ਦਾ ਫਲ ਕਰਕੇ ਇਹਨਾਂ ਦਾ ਸ਼ੰਕਾ ਵੀ ਦੂਰ ਨਾ ਹੋਵੇ ਤੇ ਫਿਰ ਇਹਨਾਂ ਦੇ ਜਨਮ ਤੇ ਮਰਨ ਦੀ ਪੀੜਾ ਤਾਂ ਫਿਰ ਕਿਵੇਂ ਦੂਰ ਹੋਵੇਗੀ? ਅਸ ਸੰਦੇ ਮੈਂ ਜੇ ਮਨ ਹੋਵੇ। ਇਹਨਾਂ ਦੇ ਮਨ ਵਿੱਚ ਇਸ ਤਰ੍ਹਾਂ ਦਾ ਸੰਦੇਹ ਹੈ। ਸ਼ਰਧਾ ਤਿਆਗੇ ਦੋਸ਼ ਵਿਸ਼ਾਲੇ। ਇਹ ਸ਼ੰਕਾ ਕਰਕੇ ਮੁੜ ਕੇ ਸ਼ਰਧਾ ਛੱਡ ਦੇਣਗੇ। ਸ਼ਰਧਾ ਦਾ ਤਿਆਗ ਕਰਨਗੇ। ਜਦੋਂ ਸਾਡਾ ਸਰੀਰ ਵੇਖਣਗੇ ਇੱਥੇ ਅਸੀਂ ਤਿਆਗ ਕੇ ਜਾਵਾਂਗੇ ਤਾਂ ਇਹ ਆਖਣਗੇ ਵੀ ਸ਼ਰਧਾ ਹੀ ਨਹੀਂ ਰੱਖਣਗੇ ਫਿਰ ਤਾਂ। ਤੇ ਜਦੋਂ ਸ਼ਰਧਾ ਖਤਮ ਹੋ ਗਈ ਤੇ ਸ਼ਰਧਾ ਵਿਹੂਣਾ ਸਿੱਖ ਧਰਮ ਦੇ ਮਾਰਗ ਤੇ ਨਹੀਂ ਚੱਲ ਸਕਦਾ। ਗੁਰੂ ਤੇ ਸ਼ਰਧਾ ਗੁਰਸਿੱਖ ਦੇ ਹਿਰਦੇ 'ਚ ਪਰਪੱਕ ਹੋਣੀ ਚਾਹੀਦੀ ਹੈ। ਔਰ ਨਿਸ਼ਚਾ ਇਨ ਕੈ ਸਭ ਹਾਲੇ। ਇਹਨਾਂ ਦੇ ਮਨ ਦਾ ਨਿਸ਼ਚਾ ਹੱਲ ਜਾਵੇਗਾ ਜੇ ਇਹ ਸ਼ੰਕਾ ਇਹਨਾਂ ਦਾ ਦੂਰ ਨਾ ਕੀਤਾ। ਇਮ ਸਿੱਖਨ ਪਰ ਕਰੁਣਾ ਠਾਨੀ। ਇਹਦਾ ਸਿੱਖਾਂ ਤੇ ਕਰੁਣਾ ਕਰਦਿਆਂ, ਉਹਨਾਂ ਤੇ ਤਰਸ ਕਰਦਿਆਂ ਵੀ ਇਹਨਾਂ ਦਾ ਸ਼ੰਕਾ ਦੂਰ ਹੋ ਜਾਏ। ਇਹਨਾਂ ਦੇ ਮਨ ਵਿੱਚ ਗੁਰੂ ਘਰ ਪ੍ਰਤੀ ਸ਼ਰਧਾ, ਵਿਸ਼ਵਾਸ, ਨਿਸ਼ਚਾ ਬਣਿਆ ਰਹੇ। ਅਦਭੁਤ ਲੀਲਾ ਰਚੀ ਮਹਾਨੀ। ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਅਦਭੁਤ ਲੀਲਾ ਰਚੀ। ਅਦਭੁਤ ਰਚਨਾ ਰਚੀ ਜੋ ਅਸਚਰਜ ਤੇ ਵਿਸਮਾਦਮਈ ਹੈ। ਭਏ ਅਲੋਪ ਸਿੰਘਾਸਨ ਪਰਤੇ। ਸਤਿਗੁਰੂ ਜੀ ਆਪਣੇ ਸਿੰਘਾਸਣ ਤੋਂ ਅਲੋਪ ਹੋ ਗਏ ਵੇਖਦਿਆਂ ਵੇਖਦਿਆਂ। ਗੁਰਦੇਵ ਸਿੰਘਾਸਣ ਤੇ ਸਨ, ਸਭ ਦੇ ਵੇਖਦਿਆਂ ਵੇਖਦਿਆਂ ਗੁਰਦੇਵ ਅਲੋਪ ਹੋ ਗਏ, ਅੰਤਰ ਧਿਆਨ ਹੋ ਗਏ। ਉਤੇ ਸਮੀਪ ਨ ਕਹੋ ਨਿਹਰਤੇ। ਹੈਣ ਤਾਂ ਅੰਗ ਸਾਂਗੀ ਨੇ, ਕੋਲ ਹੀ ਨੇ, ਪਰ ਨਜ਼ਰ ਨਹੀਂ ਆ ਰਹੇ ਕਿਸੇ ਨੂੰ। ਦੇਖ ਚਲਿਤਰ ਬਿਸਮ ਮਤ ਰਹੀ। ਜਿੰਨੇ ਸਿੱਖ ਸੀ ਸਭ ਵੇਖ ਕੇ ਬਿਸਮ ਹੋ ਗਏ। ਸਭ ਦੇ ਮਨ 'ਚ ਇੱਕਦਮ ਵਿਸਮਾਦ ਛਾ ਗਿਆ। ਅਦਭੁਤ ਲੀਲਾ ਜਾਤ ਨ ਕਹੀ। ਸਤਿਗੁਰਾਂ ਦੀ ਲੀਲਾ ਅਦਭੁਤ ਹੈ, ਅਸਚਰਜ ਹੈ। ਕੁਝ ਕਿਹਾ ਹੀ ਨਹੀਂ ਜਾ ਰਿਹਾ ਵੀ ਕੀ ਆਖੀਏ ਕੀ ਕਹੀਏ। ਚੌਂ ਦਿਸ਼ ਬੋਲ ਉਠੇ ਸਿੱਖ ਸਾਰੇ। ਜਿੰਨੇ ਸਿੱਖ ਸਨ ਚਾਰੇ ਪਾਸੇ ਸਭ ਬੋਲ ਉੱਠੇ। ਤਨ ਜੁਤ ਗੁਰ ਬੈਕੁੰਠ ਪਧਾਰੇ। ਗੁਰੂ ਅੰਗਦ ਦੇਵ ਸਾਹਿਬ ਸਰੀਰ ਦੇ ਸਮੇਤ ਸੱਚਖੰਡ ਚਲੇ ਗਏ ਨੇ। ਸਰੀਰ ਤਿਆਗ ਕੇ ਜਾਣਾ ਤੇ ਸਰੀਰ ਦੇ ਸਮੇਤ ਜਾਣਾ ਇਹ ਗੁਰੂ ਸਾਹਿਬ ਜੀ ਦੇ ਵੱਸ ਹੈ। ਉਹਨਾਂ ਦੇ ਅਖਤਿਆਰ ਹੈ, ਭਾਵੇਂ ਤਿਆਗ ਜਾਣ ਭਾਵੇਂ ਸਮੇਤ ਸਰੀਰ ਚਲੇ ਜਾਣ।
ਮਾਲਕ ਨੇ, ਸੁਆਮੀ ਨੇ, ਤ੍ਰਿਲੋਕੀਨਾਥ ਨੇ। ਤੋ ਸਿੱਖਾਂ ਦੇ ਮਨ ਵਿੱਚ ਜਿਹੜਾ ਸੰਦੇਹ ਸੀ ਉਹਨੂੰ ਨਿਵਾਰਨੇ ਲਈ ਇਹ ਲੀਲਾ ਵਰਤਾਈ। ਜਦੋਂ ਪਾਤਸ਼ਾਹ ਅੰਤਰ ਧਿਆਨ ਹੋਏ, ਸਿੱਖ ਕਹਿਣ ਲੱਗੇ ਕਿ ਸਤਿਗੁਰੂ ਜੀ ਸਰੀਰ ਦੇ ਸਮੇਤ ਸੱਚਖੰਡ ਗਏ ਨੇ। ਪਰਿਓ ਰੋਰ ਸੰਗਤ ਕੇ ਮਾਈ, ਸਾਰੀ ਸੰਗਤ ਵਿੱਚ ਇੱਕਦਮ ਸ਼ੋਰ ਮਚ ਗਿਆ। ਸਤਿਗੁਰ ਦਰਸ਼ਨ ਪ੍ਰਾਪਤ ਨਾਈ, ਕਿ ਸਤਿਗੁਰੂ ਜੀ ਦੇ ਦੁਰਲਭ ਦਰਸ਼ਨ ਹੁਣ ਪ੍ਰਾਪਤ ਨਹੀਂ ਹੋ ਰਹੇ। ਲੰਗਰ ਵਿਖੇ ਸੇਵ ਸਭ ਕੇਰੀ, ਉਧਰ ਲੰਗਰਾਂ ਵਿੱਚ ਸੇਵਾ ਕਰ ਰਹੇ ਸਨ ਗੁਰੂ ਅਮਰਦਾਸ ਸਾਹਿਬ ਜੀ। ਸਾਰੀ ਸੰਗਤ ਨੂੰ ਲੰਗਰ ਪ੍ਰਸ਼ਾਦ ਛਕਾ ਰਹੇ ਸਨ। ਕਰਤ ਹੁਤੇ ਸ਼੍ਰੀ ਅਮਰ ਬਡੇਰੀ, ਧੰਨ ਗੁਰੂ ਅਮਰਦਾਸ ਸਾਹਿਬ ਜੀ ਉਸ ਵੇਲੇ ਲੰਗਰਾਂ 'ਚ ਸੇਵਾ ਨਿਭਾ ਰਹੇ ਸੀ। ਸਾਰੀ ਸੰਗਤ ਦੀ ਸੇਵਾ ਟਹਿਲ ਕਰ ਰਹੇ ਸਨ। ਸੁਨ ਕਰ ਚਲ ਆਏ ਤਤਕਾਲਾ, ਜਦੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਸੁਣਿਆ ਕਿ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਇੱਕਦਮ ਅੰਤਰ ਧਿਆਨ ਹੋ ਗਏ ਨੇ ਤੇ ਸੰਗਤ ਕਹਿ ਰਹੀ ਹੈ ਵੀ ਸਰੀਰ ਸਮੇਤ ਸੱਚਖੰਡ ਚਲੇ ਗਏ, ਪਾਤਸ਼ਾਹ ਛੇਤੀ ਨਾਲ ਮਹਾਰਾਜ ਜੀ ਦੇ ਤਖਤ ਦੇ ਕੋਲ ਆਏ। ਜਿਹੜੇ ਤਖਤ ਤੇ ਸਤਿਗੁਰੂ ਜੀ ਅੰਤਰ ਧਿਆਨ ਹੋਏ ਸਨ, ਉਸੇ ਤਖਤ ਦੇ ਕੋਲ ਗੁਰੂ ਅਮਰਦਾਸ ਸਾਹਿਬ ਜੀ ਆਏ। ਪਰਿਓ ਸਿੰਘਾਸਨਹੀਨ ਕਿਰਪਾਲਾ, ਵੇਖਿਆ ਕਿ ਸਤਿਗੁਰਾਂ ਦਾ ਸਿੰਘਾਸਣ ਖਾਲੀ ਹੈ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਉਸ ਪਰਮ ਸਿੰਘਾਸਣ ਤੇ ਨਜ਼ਰ ਨਹੀਂ ਆਉਂਦੇ। ਪਿਕ ਸ਼੍ਰੀ ਅੰਗਦ ਕੀ ਅਸ ਲੀਲਾ, ਗੁਰੂ ਅੰਗਦ ਦੇਵ ਸਾਹਿਬ ਜੀ ਦੀ ਇਹ ਲੀਲਾ ਵੇਖ ਕੇ ਖਰੇ ਹੋਏ ਕਰ ਤਹਾਂ ਸੁਸ਼ੀਲਾ, ਸੁਸ਼ੀਲ ਸੁਭਾਅ ਦੇ ਮਾਲਕ ਸੁਆਮੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਉਸ ਤਖਤ ਦੇ ਸਾਹਮਣੇ ਖਲੋ ਕੇ ਅਚਰਜ ਗਤ ਕੁਛ ਲਖੀ ਨ ਜਾਵੇ, ਵੇਖ ਰਹੇ ਨੇ ਤੇ ਬੜੀ ਅਚਰਜ ਗਤ ਹੈ ਗੁਰੂ ਦੀ। ਆਲੇ ਦੁਆਲੇ ਜਿੰਨੀ ਸੰਗਤ ਹੈ, ਕਿਸੇ ਨੂੰ ਵੀ ਮਹਾਰਾਜ ਜੀ ਦੀ ਗਤ ਵਿੱਚ ਸਮਝ ਨਹੀਂ ਆ ਰਹੀ ਕਿ ਸਤਿਗੁਰੂ ਜੀ ਨੇ ਕੀ ਭਾਣਾ ਵਰਤਾਇਆ ਹੈ। ਜੋ ਸਮ ਹੋਏ ਤਉ ਕੁਛ ਪਾਵੇ, ਖਾਲਸਾ ਜੀ ਹੁਣ ਗੁਰੂ ਦੀ ਗਤ ਉਹੀ ਜਾਣੇ ਜਿਹੜਾ ਗੁਰੂ ਦੇ ਸਮਾਨ ਹੋ ਚੁੱਕਾ ਹੈ। ਗੁਰੂ ਦੀ ਗਤ ਤਾਂ ਉਹੀ ਜਾਣੇ ਜਿਹੜਾ ਗੁਰੂ ਵਰਗਾ ਹੀ ਹੋ ਗਿਆ। ਤੇ ਇਸ ਵਕਤ ਜਿਹੜਾ ਗੁਰੂ ਵਰਗੇ ਹੀ ਹੋ ਗਏ ਨੇ, ਉਹਨੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਉਹ ਸਮਝ ਗਏ ਸਾਰੀ ਖੇਡ। ਬਾਕੀ ਕਿਸੇ ਸੰਗਤ ਨੂੰ, ਸਿੱਖ ਨੂੰ ਨਹੀਂ ਪਤਾ ਲੱਗਾ, ਕਿਉਂਕਿ ਸਿੱਖ ਕਦੇ ਵੀ ਗੁਰੂ ਦੀ ਗਤ ਨਹੀਂ ਜਾਣ ਸਕਦਾ। ਜੇ ਜਾਣ ਲਵੇ ਤੇ ਫਿਰ ਉਹ ਸਿੱਖ ਸਿੱਖ ਨਹੀਂ ਰਹਿੰਦਾ, ਉਹ ਸਿੱਖ ਗੁਰੂ ਦਾ ਰੂਪ ਹੋ ਜਾਂਦਾ ਹੈ। ਹਾਂਜੀ, ਕਰੇ ਵਿਚਾਰਨ ਆਪਣੇ ਚੀਤ, ਆਪਣੇ ਹੀ ਚਿੱਤ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਵਿਚਾਰਦੇ ਹਨ। ਸ਼੍ਰੀ ਗੁਰ ਕਿਉਂ ਕੀ ਨਸਿਆ ਸਰੀਤ, ਗੁਰੂ ਅੰਗਦ ਦੇਵ ਸਾਹਿਬ ਜੀ ਨੇ ਐਸਾ ਅਚਰਜ ਚੋਜ ਕਿਉਂ ਕੀਤਾ? ਗੁਰੂ ਅੰਗਦ ਪਾਤਸ਼ਾਹ ਨੇ ਇਹੋ ਜੀ ਲੀਲਾ ਕਿਉਂ ਵਰਤਾਈ ਹੈ? ਤਾਤ ਪਰੈ ਕੋ ਨੀਕੇ ਜਾਨਾ, ਧੰਨ ਗੁਰੂ ਅਮਰਦਾਸ ਸਾਹਿਬ ਜੀ ਸਭ ਸਮਝ ਗਏ, ਝੱਟ ਸਮਝ ਗਏ ਕਿ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਇਹ ਚੋਜ ਕਿਉਂ ਵਰਤਾਇਆ ਹੈ। ਪ੍ਰਗਟਾਵਨ ਹਿਤ ਸੁਜਸ ਬਖਾਨਾ, ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਪ੍ਰਗਟਾਵਣੇ ਨਿਮਿਤ ਗੁਰੂ ਅਮਰਦਾਸ ਸਾਹਿਬ ਜੀ ਨੇ ਹੁਣ ਸਤਿਗੁਰਾਂ ਦਾ ਸੁਜਸ ਕੀਤਾ। ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਉਪਮਾ ਵਿੱਚ ਸ਼ਬਦ ਉਚਾਰੇ, ਪ੍ਰਮਾਨਕ ਚੰਦ ਆਨੰਦ ਕੰਦ ਰੂਪੋ, ਬਿਲੰਦ ਭੂਪ ਭੂਪੋ। ਸਤਿਗੁਰਾਂ ਦਾ ਅਸਤੋਤਰ ਉਚਾਰਿਆ ਗੁਰੂ ਅਮਰਦਾਸ ਸਾਹਿਬ ਜੀ ਨੇ। ਸਨਮੁਖ ਖਲੋ ਗਏ, ਗਲ 'ਚ ਪੱਲੂ ਪਾਇਆ ਹੈ ਔਰ ਉਸਤਤੀ ਕਰਦੇ ਨੇ ਨਮਸਕਾਰ ਕਰਦਿਆਂ, ਹੇ ਗੁਰੂ ਅੰਗਦ ਦੇਵ ਸਾਹਿਬ ਆਨੰਦ ਕੰਦ ਰੂਪ ਹੋ। ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਤੁਸੀਂ ਆਨੰਦ ਦਾ ਮੂਲ ਹੋ। ਕੰਦ ਕਹਿੰਦੇ ਨੇ ਮੂਲ ਨੂੰ, ਆਨੰਦ ਦੀ ਜੜ ਹੋ। ਜਿਤਨਾ ਆਨੰਦ ਹੈ ਸੰਸਾਰ ਵਿੱਚ, ਉਹ ਆਨੰਦ ਮਹਾਰਾਜ ਜੀ ਤੁਹਾਡੇ ਸਰੂਪ ਚੋਂ ਉਤਪੰਨ ਹੁੰਦਾ ਹੈ। ਪਰਮ ਆਨੰਦ ਦੇ ਮਾਲਕ ਹੋ, ਸੁਆਮੀ ਹੋ ਤੁਸੀਂ ਮਹਾਰਾਜ। ਤੁਸੀਂ ਸਦਾ ਸੱਚ ਦਾ ਆਨੰਦ ਸਰਬੰਗ ਪ੍ਰਣਾਸੀ। ਪਰਮੇਸ਼ਰ ਦਾ ਰੂਪ ਜਦੋਂ ਵਰਣਨ ਹੁੰਦਾ ਨਾ, ਉਦੋਂ ਨੂੰ ਕਿਹਾ ਜਾਂਦਾ ਸਤ ਚੇਤਨ ਆਨੰਦ ਸਵਰੂਪ। ਤੋ ਹੈ ਗੁਰੂ ਅੰਗਦ ਦੇਵ ਸਾਹਿਬ ਤੁਸੀਂ ਆਨੰਦ ਦਾ ਮੂਲ ਹੋ। ਫਿਰ ਕਹਿੰਦੇ ਬਿਲੰਦ ਭੂਪ ਭੂਪ ਹੋ। ਦੁਨੀਆ ਦੇ ਜਿਤਨੇ ਵੱਡੇ ਵੱਡੇ ਰਾਜੇ ਹਨ,
ਉਹਨਾਂ ਸਭ ਵੱਡੇ ਰਾਜਿਆਂ ਦੇ ਵੀ ਰਾਜਾ ਹੋ। ਕਲਗੀਧਰ ਜਿਵੇਂ ਕਹਿੰਦੇ ਆ ਨਾ, ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜ, ਐਸੋ ਰਾਜ ਛੋੜੇ ਔਰ ਦੂਜਾ ਕੌਣ ਧਿਆਈ ਹੈ। ਮਹਾਰਾਜ ਜੀ ਤੁਸੀਂ ਰਾਜਿਆਂ ਦੇ ਰਾਜੇ ਹੋ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਰਾਜਨ ਮੈਂ ਤੂੰ ਰਾਜਾ ਕਹੀਐ, ਭੂਮਨ ਮੈਂ ਭੂਮਾ, ਠਾकुर मैं ठकुराई तेरी, कोमन सिर कोमा, पिता मेरो बड़ो तनी अगम्मा। उस्तत कवन करी जय करते, देख रहे विसवा, तुम हो सब राजन के राजा। महाराज जी तुसी राजियां दे भी राजा हो, अधि राजा हो। न आदि अंत तोए को, समान आन होए को। महाराज जी ना तुहाडी आद है, आद मुੱਢ भी कित्थों शुरू होए, ना ही तुहाडा अंत है। क्योंकि जे आद कहोगे तो फिर अंत कहना पवेगा ना। ना तुहाडा आद है ना अंत है। साडा सारियां दा आद है। पुछो भी किन्नी उम्र हो गई, आपां झट दस देंगे इन्ने साल पहलों जन्मे सी। साडा आद है ना सारियां दा, ते साडा अंत भी है। पर हे गुरु अंगद देव साहब, ना तुहाडा आद है ते ना ही अंत है। ना आद अंत तोहे को, समान आन होहे को। महाराज जी केड़ा ऐसा जिहड़ा तुहाडे बराबर हो सके? आखो सतनाम श्री वाहिगुरु। ਇਹੋ ਜੀ ਕਿਹਦੇ ਚ ਤਾਕਤ ਹੈ, ਕਿਹਦੇ ਚ ਇੰਨੀ ਸਮਰੱਥਾ ਜਿਹੜਾ ਤੁਹਾਡੀ ਬਰਾਬਰੀ ਕਰ ਸਕੇ? ਮਹਾਰਾਜ ਜੀ ਕੋਈ ਹਰ ਸਮਾਨ ਨਹੀਂ ਰਾਜਾ। ਮਹਾਰਾਜ ਤੁਹਾਡੇ ਬਰਾਬਰ, ਤੁਹਾਡੇ ਸਮਾਨ ਕੋਈ ਨਹੀਂ। ਕਹਿੰਦੇ ਕਹੇ ਜਾਵੈ, ਤੁਮ ਸਰ ਅਵਰ ਨਾ ਕੋਈ। ਮਹਾਰਾਜ ਤੁਹਾਡੇ ਬਰਾਬਰ, ਤੁਹਾਡੇ ਵਰਗਾ ਹੋਰ ਕਿਹੜਾ ਹੋ ਸਕਦਾ? ਕਿਹਦੇ ਚ ਇੰਨੀ ਤਾਕਤ ਹੈ ਜਿਹੜਾ ਤੁਹਾਡੀ ਬਰਾਬਰੀ ਕਰ ਸਕੇ? मुकंद सेवकान को। महाराज जी तुसी मुकंद सेवकान को, अपने सेवकां नूं मुक्ति देण वाले हो। सेवकान दा मतलब सेवक, ਜਿਹੜੇ ਤੁਹਾਡੇ ਸੇਵਕ ਨੇ। हे गुरु अंगद देव साहब, ਉਹਨਾਂ ਨੂੰ ਤੁਸੀਂ ਮੁਕਤੀ ਦਾ ਦਾਨ ਦੇ ਕੇ ਨਿਵਾਜਦੇ ਹੋ। ਕੱਲੇ ਸੇਵਕਾਂ ਨੂੰ ਨਹੀਂ ਮੁਕਤ ਕਰਦੇ, ਜਿਨ੍ਹਾਂ ਸੇਵਕਾਂ ਤੇ ਦਇਆ ਕਰਕੇ ਜਿਨ੍ਹਾਂ ਸੇਵਕਾਂ ਨੂੰ ਮੁਕਤ ਕਰਦੇ ਹੋ, ਉਹਨਾਂ ਦੀਆਂ ਕੁਲਾਂ ਵੀ ਤਾਰ ਦਿੰਦੇ ਹੋ। ਪ੍ਰਤਾਸ਼ ਚੰਦ ਭਾਨ ਕੋ। ਮਹਾਰਾਜ ਜੀ ਆ ਜਿਹੜਾ ਆਕਾਸ਼ ਵਿੱਚ ਜਿਹੜਾ ਚੰਦਰਮਾ ਜਾਂ ਸੂਰਜ ਪ੍ਰਕਾਸ਼ ਕਰ ਰਿਹਾ ਹੈ, ਪਾਤਸ਼ਾਹ ਇਹਦੇ ਚ ਕੀ ਪ੍ਰਕਾਸ਼ ਹੈ ਜਿਹੜਾ ਤੁਹਾਡੇ ਪ੍ਰਕਾਸ਼ ਦੀ ਬਰਾਬਰੀ ਕਰ ਸਕੇ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਦੇ ਚ ਕੀ ਪ੍ਰਕਾਸ਼ ਹੈ ਮਹਾਰਾਜ ਜਿਹੜਾ ਤੁਹਾਡੇ ਪ੍ਰਕਾਸ਼ ਦੀ ਬਰਾਬਰੀ ਕਰ ਸਕੇ? ਸੋਦਾਨ ਦੇ ਜਹਾਨ ਕੋ। ਮਹਾਰਾਜ ਜੀ ਤੁਸੀਂ ਸੰਸਾਰ ਦੇ ਜਿਤਨੇ ਵੀ ਜੀ ਜੰਤ ਨੇ ਸਭ ਨੂੰ ਦਾਨ ਦੇਣ ਵਾਲੇ ਹੋ। ਆਕਾਸ਼ 'ਚ ਚਮਕਣ ਵਾਲੇ ਚੰਦਰਮਾ ਤੇ ਸੂਰਜ ਨੂੰ ਤੁਸੀਂ ਪ੍ਰਕਾਸ਼ਣੇ ਵਾਲੇ ਹੋ, ਔਰ ਸੰਸਾਰ ਦੇ ਸਮਸਤ ਜੀਵਾਂ ਨੂੰ ਦਾਨ ਦੇਣ ਵਾਲੇ ਤੁਸੀਂ ਹੀ ਸਭ ਦੇ ਦਵਈਆ ਹੋ। ਕਰੇ ਜੋ ਖਾਨ ਪਾਨ ਕੋ। ਜਿਹੜੇ ਸੰਸਾਰ ਦੇ ਜੀਵ ਖਾਨ ਪਾਨ ਕਰ ਰਹੇ ਨੇ, ਜੋ ਵੀ ਇਹ ਸਭ ਦਾ ਖਾਨ ਪਾਨ ਮਹਾਰਾਜ ਜੀ ਤੁਹਾਡੀ ਕਿਰਪਾ ਕਰਕੇ ਹੀ ਹੈ। ਚਰਿੱਤਰ ਤੋਂ ਬਚਿੱਤਰ ਹੈ। हे ਗੁਰੂ ਅੰਗਦ ਦੇਵ ਸਾਹਿਬ, ਤੁਹਾਡਾ ਚਰਿੱਤਰ ਬਚਿੱਤਰ ਹੈ। ਬਚਿੱਤਰ ਦਾ ਕੀ ਮਤਲਬ ਹੁੰਦਾ ਹੈ? ਬਚਿੱਤਰ ਉਸ ਨੂੰ ਕਹਿੰਦੇ ਨੇ ਜੋ ਆਮ ਲੋਕਾਂ ਦੇ ਚਿੱਤਰਣ ਤੋਂ ਵਿਸਮਾਦਮਈ ਹੋਵੇ, ਅਲੱਗਾ ਹੋਵੇ, ਉਹਨੂੰ ਬਚਿੱਤਰ ਕਹਿੰਦੇ। ਸਾਡਾ ਹੁੰਦਾ ਚਰਿੱਤਰ, ਸਾਡੇ ਮਨੁੱਖਾਂ ਦਾ ਹੁੰਦਾ ਚਰਿੱਤਰ। ਇਹਦਾ ਚੰਗਾ ਚਰਿੱਤਰ ਹੈ, ਮਾੜਾ ਚਰਿੱਤਰ ਹੈ, ਜਿਹਨੂੰ ਕਰੈਕਟਰ ਕਹਿ ਦਿਓ। ਇਹ ਚੰਗੇ ਚਰਿੱਤਰ ਵਾਲਾ, ਇਹ ਮਾੜੇ ਚਰਿੱਤਰ ਵਾਲਾ, ਇਹਦੇ ਚਰਿੱਤਰ ਚਾਹ, ਇਹਦੇ ਚਾਹ। ਆਪਾਂ ਚਰਿੱਤਰ ਵਿੱਚ ਵਿਚਰਦੇ ਹਾਂ। ਸਤਿਗੁਰੂ ਜੀ ਬਚਿੱਤਰ ਵਿੱਚ ਵਿਚਰਦੇ ਨੇ। ਜੋ ਚਰਿੱਤਰ ਤੋਂ ਪਰੇ ਦੀ ਖੇਡ ਹੈ, ਵਿਸਮਾਦਮਈ ਖੇਡ, ਜਿੱਥੇ ਵਿਸਮਾਦ ਤੇ ਅਚਰਜਮਈ ਖੇਡ ਵਿੱਚ ਵਰਤਾਰਾ ਵਰਤਦਾ, ਉਹਨੂੰ ਕਹਿੰਦੇ ਨੇ ਬਚਿੱਤਰ। ਇਸ ਕਰਕੇ ਕਲਗੀਧਰ ਸੁਆਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ
ਦਸਮੇਸ਼ ਪਿਤਾ ਸਰਬੰਸ ਦਾਨੀ। ਗੁਰਦੇਵ ਨੇ ਜਦੋਂ ਆਪਣੀ ਜੀਵਨ ਗਾਥਾ ਲਿਖੀ ਤੇ ਆਪਣੀ ਜੀਵਨ ਗਾਥਾ ਦਾ ਨਾਮ ਰੱਖਿਆ ਬਚਿੱਤਰ ਨਾਟਕ। ਬਚਿੱਤਰ ਨਾਟਕ, ਜਿਨ੍ਹਾਂ ਦੇ ਜੀਵਨ ਵਿੱਚ ਜੋ ਘਟਿਆ ਸਭ ਵਿਚਿੱਤਰ ਸੀ, ਅਸਚਰਜ ਸੀ। 42 ਸਾਲ ਦੀ ਉਮਰ ਤੱਕ ਪੰਥ ਸਾਜ ਰਹੇ ਨੇ, ਛੰਦ ਲਿਖ ਰਹੇ ਨੇ, ਸਰਬੰਸ ਵਾਰ ਰਹੇ ਨੇ, ਖਾਲਸੇ ਦੀ ਸਾਜਨਾ ਕਰ ਰਹੇ ਨੇ, ਜੰਗ ਯੁੱਧ ਲੜ ਰਹੇ ਨੇ, ਦੇਸ਼ ਦੇ ਡਿੱਗ ਚੁੱਕੇ ਲੋਕਾਂ ਵਿੱਚ ਅਣਖ ਭਰ ਰਹੇ ਨੇ, ਉਹਨਾਂ ਅੰਦਰ ਵੀਰ ਰਸ ਭਰ ਰਹੇ ਨੇ। ਇਹ ਸਭ ਕੁਝ ਬਚਿੱਤਰ ਸੀ। ਇਸ ਕਰਕੇ ਗੁਰੂ ਅੰਗਦ ਦੇਵ ਸਾਹਿਬ ਦੇ ਜੀਵਨ ਬਾਬਤ ਗੁਰੂ ਅਮਰਦਾਸ ਸਾਹਿਬ ਸ਼ਬਦ ਵਰਤ ਰਹੇ ਨੇ ਬਚਿੱਤਰ। ਮਹਾਰਾਜ ਜੀ, ਤੁਹਾਡੇ ਜਿਤਨੇ ਵੀ ਚਰਿੱਤਰ ਨੇ ਉਹ ਬਚਿੱਤਰ ਹਨ, ਅਸਚਰਜ ਤੇ ਵਿਸਮਾਦਮਈ ਹਨ। ਭਨੇ ਸੁਨੇ ਪਵਿੱਤਰ ਹੈ। ਮਹਾਰਾਜ ਜੀ, ਜਿਹੜਾ ਤੁਹਾਡੀ ਕਥਾ ਨੂੰ, ਤੁਹਾਡੇ ਬਚਿੱਤਰ ਕੌਤਕਾਂ ਨੂੰ, ਤੁਹਾਡੇ ਅੰਮ੍ਰਿਤਮਈ ਸਾਖੀਆਂ ਨੂੰ ਕਹਿੰਦਾ ਜਾਂ ਫਿਰ ਸੁਣਦਾ, ਤੁਹਾਡੀ ਕਥਾ ਨੂੰ, ਹੇ ਗੁਰੂ ਅੰਗਦ ਸਾਹਿਬ, ਜਿਹੜੇ ਤੁਹਾਡੀ ਕਥਾ ਨੂੰ ਕਹਿੰਦੇ ਨੇ ਜਾਂ ਫਿਰ ਸੁਣਦੇ ਨੇ, ਕਹਿਣ ਵਾਲੇ ਵੀ ਔਰ ਸੁਣਨ ਵਾਲੇ ਵੀ ਪਵਿੱਤਰ ਹੋ ਜਾਂਦੇ ਨੇ। ਕਹਿਣ ਵਾਲੇ ਵੀ ਪਵਿੱਤਰ, ਭਨੇ, ਭਨੇ ਦਾ ਮਤਲਬ ਬੋਲਣ ਵਾਲੇ, ਸੁਨੇ, ਸੁਣਨ ਵਾਲੇ ਵੀ ਪਵਿੱਤਰ ਹੈ, ਉਹ ਪਵਿੱਤਰ ਹੋ ਜਾਂਦੇ ਹਨ। ਅਦੇਵ ਦੇਵਨਾਥ ਹੈ। ਮਹਾਰਾਜ ਜੀ, ਤੁਸੀਂ ਆਦੇਵ, ਇੱਕ ਹੁੰਦੇ ਨੇ ਦੇਵ, ਪ੍ਰਕਾਸ਼ ਰੂਪ। ਮਹਾਰਾਜ ਜੀ, ਉਹ ਸਾਰੇ ਤੁਹਾਡੇ ਤੋਂ ਪ੍ਰਕਾਸ਼ਦੇ ਨੇ, ਪਰ ਤੁਸੀਂ ਕਿਸੇ ਤੋਂ ਨਹੀਂ ਪ੍ਰਕਾਸ਼ਦੇ। ਇਸ ਕਰਕੇ ਤੁਸੀਂ ਅਦੇਵ ਹੋ। ਉਹਨਾਂ ਦੇਵਤਿਆਂ ਦੇ ਅੱਗੋਂ ਅਧੀ ਦੇਵ ਨੇ, ਪਰ ਮਹਾਰਾਜ ਤੁਸੀਂ ਆਪ ਬਾਲਕ ਹੋ, ਖੁਦ ਖੁਦਾ ਹੋ। ਸਬੇ ਨਿਵਾਏ ਮਾਤ ਹੈ। ਜਿਤਨੇ ਸੰਸਾਰ ਦੇ ਦੇਵ ਨੇ ਉਹਨਾਂ ਦੇ ਨਾਥ ਹੋ ਤੁਸੀਂ, ਉਹਨਾਂ ਦੇ ਸੁਆਮੀ ਹੋ, ਦੇਵਾਨ ਦੇਵ ਹੋ, ਪਰ ਤੁਹਾਡਾ ਕੋਈ ਦੇਵ ਨਹੀਂ। ਤੁਸੀਂ ਸਭ ਦੇ ਦੇਵ ਹੋ, ਪਰ ਤੁਹਾਡਾ ਕੋਈ ਦੇਵ ਨਹੀਂ। ਤੁਸੀਂ ਸਭ ਦੇਵਾਂ ਦੇ ਨਾਥ ਹੋ। ਸਭੈ ਨਿਵਾਏ ਮਾਤ ਹੈ। ਉਹ ਸਭ ਦੇਵਤੇ ਤੁਹਾਡੇ ਅੱਗੇ ਆਪਣਾ ਸੀਸ ਨਿਵਾਉਂਦੇ ਹੈ, ਸਭ ਤੁਹਾਡੇ ਅੱਗੇ ਆਪਣਾ ਸੀਸ ਝੁਕਾਉਂਦੇ ਹਨ। ਅਜਾਏ ਹੈ ਅਮਾਏ ਹੋ। ਮਹਾਰਾਜ ਜੀ, ਅਜਾਏ ਹੋ। ਅਜਾਏ ਦਾ ਮਤਲਬ ਹੈ ਵੀ ਜਨਮ ਤੋਂ ਰਹਿਤ ਹੋ। ਤੁਸੀਂ ਜਨਮ ਵਿੱਚ ਨਹੀਂ ਆਉਂਦੇ, ਅਜੂਨੀ ਹੋ। ਅਮਾਏ ਦਾ ਮਤਲਬ ਹੁੰਦਾ ਮਾਇਆ ਤੋਂ ਵੀ ਰਹਿਤ ਹੋ। ਸਭ ਕੁਝ ਮਾਇਆ ਦੇ ਅਧੀਨ ਹੈ। ਇਹ ਜਿੰਨਾ ਵਰਤਾਰਾ ਦੇਵੀ ਦੇਵਤਿਆਂ ਦਾ, ਇਹ ਪੂਰੇ ਬ੍ਰਹਿਮੰਡ ਦਾ, ਇਹ ਸਾਰਾ ਵਰਤਾਰਾ ਮਾਇਆ ਦਾ ਵਰਤਾਰਾ। ਖਾਲਸਾ ਜੀ, ਇਹ ਮਾਇਆ ਸਾਰਿਆਂ ਨੂੰ ਆਪਣੇ ਅਧੀਨ ਕਰਦੀ ਹੈ, ਪਰ ਹੇ ਸੁਆਮੀ ਜੀ, ਇਹ ਮਾਇਆ ਤੁਹਾਡੇ ਅਧੀਨ ਹੋ ਕੇ ਰਹਿੰਦੀ ਹੈ। ਤੁਸੀਂ ਅਮਾਏ, ਇਹਦੇ ਤੋਂ ਰਹਿਤ ਹੋ। ਸਦੀਵ ਸੁਧ ਪਾਏ ਹੋ। ਸਦਾ ਹੀ ਸ਼ੁੱਧ ਭਾਵ ਵਾਲੇ ਹੋ। ਤੁਹਾਡੇ ਮਹਾਰਾਜ ਜੀ ਸਦਾ ਹੀ ਸ਼ੁੱਧ ਭਾਵ ਹੈ। ਪਰੰਪਰਾ ਪਰੇਸ਼ ਹੋ। ਮਹਾਰਾਜ ਪਰੇ ਤੋਂ ਪਰੇ ਹੋ, ਈਸ਼ਵਰ ਤੋਂ ਵੀ ਪਰੇ ਹੋ, ਯਾਨੀ ਕਿ ਬ੍ਰਹਮ ਸਵਰੂਪ ਹੋ। ਤਰੰਤਰਾ ਆਦੇਸ਼ ਹੋ। ਇਹ ਸਾਰੀ ਧਰਤੀ ਨੂੰ ਧਾਰਨ ਕਰਨ ਵਾਲੇ, ਧਰਤੀ ਦੀ ਟੇਕ ਹੋ ਤੁਸੀਂ। ਇਹ ਧਰਤੀ ਤੁਹਾਡੇ ਆਸਰੇ ਟਿਕੀ ਹੈ। ਕਹਿੰਦੇ ਆ ਨਾ ਵੀ ਧਰਤੀ ਨੂੰ ਬਲਦ ਨੇ ਚੁੱਕਿਆ ਜਾਂ ਸ਼ੇਸ਼ਨਾਗ ਨੇ ਚੁੱਕਿਆ। ਮਹਾਰਾਜ ਜੀ ਕਹਿੰਦੇ ਧਰਤੀ ਮੇਰੇ ਸਤਿਗੁਰਾਂ ਦੇ ਆਸਰੇ ਤੇ ਟਿਕੀ ਹੈ। ਇਸ ਧਰਤੀ ਨੂੰ ਧਾਰਨ ਕਰਨ ਵਾਲੇ ਤੁਸੀਂ ਆਦੇਸ਼ ਹੋ। ਰਹੇ ਵਿਸਾਲ ਗੋਪ ਵੈ। ਮਹਾਰਾਜ ਜੀ, ਤੁਹਾਨੂੰ ਮੇਰੀ ਆਦੇਸ਼ ਕਹੀਏ ਨਮਸਕਾਰ ਹੈ। ਰਹੇ ਵਿਸਾਲ ਗੋਪ ਹਵੈ। ਬੜੇ ਵੱਡੇ ਹੋ, ਵਿਸ਼ਾਲ ਹੋ, ਪਰ ਫਿਰ ਵੀ ਗੁਪਤ ਹੋ ਕੇ ਰਹਿੰਦੇ ਹੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵੱਡੇ ਬਹੁਤ ਹੋ, ਵਿਸ਼ਾਲ ਬਹੁਤ ਹੋ, ਏਡੀ ਵੱਡੀ ਤਾਕਤ ਦੇ ਮਾਲਕ, ਤੇ ਫਿਰ ਵੀ ਗੋਪ ਹੋ ਕੇ, ਗੁਪਤ ਹੋ ਕੇ ਰਹਿਣ ਵਾਲੇ ਹੋ। ਐਸਾ ਅਜਰ ਨੂੰ ਜਰਨ ਵਾਲਾ ਤੁਹਾਡੇ ਵਰਗਾ ਕੋਈ ਦੂਜਾ ਨਹੀਂ। ਜੇ ਖੋਜੀਏ ਨਾ ਉਹ ਪਵੈ। ਤੇ ਜੇ ਮੈਂ ਲੱਭਾਂ, ਭਾਲ ਕਰਾਂ, ਕੋਈ ਕਵਾਂ ਵੀ ਗੁਰੂ ਅੰਗਦ ਸਾਹਿਬ ਕਿਹੋ ਜਿਹੇ ਨੇ, ਆਪਾਂ ਕਿਸੇ ਨੂੰ ਉਪਮਾ ਦੇਣੀ ਹੋਵੇ ਤੇ ਦੇ ਦਿੰਨੇ ਆ ਵੀ ਫਲਾਣਾ ਬੰਦਾ ਫਲਾਣੇ ਵਰਗੀ ਪੱਗ ਬੰਨਦਾ, ਫਲਾਣੇ ਦੀ ਆਵਾਜ਼ ਫਲਾਣੇ ਵਰਗੀ ਹੈ, ਫਲਾਣੇ ਦੀਆਂ ਅੱਖਾਂ ਫਲਾਣੇ ਵਰਗੀਆਂ ਨੇ।
ਉਪਮਾ ਦੇ ਦਿੰਦੇ ਨਾ, ਇੱਕ ਦੂਜੇ ਦੇ ਨਾਲ ਮਿਲਾ ਦਿੰਦੇ ਆ ਵੀ ਤੇਰੀ ਸ਼ਕਲ ਤਾਂ ਫਲਾਣੇ ਸਿੰਘ ਵਰਗੀ ਮਿਲਦੀ ਜੁਲਦੀ ਹੈ। ਕਹਿੰਦੇ ਹੇ ਗੁਰੂ ਅੰਗਦ ਸਾਹਿਬ, ਤੁਹਾਡੇ ਦਰਸ਼ਨ ਕਰਕੇ ਜਦੋਂ ਮੈਂ ਪੂਰੇ ਬ੍ਰਹਿਮੰਡ 'ਚ ਨਿਗਾਹ ਮਾਰਾਂ ਤੇ ਵੇਖਾਂ ਵੀ ਗੁਰੂ ਸਾਹਿਬ ਦੀ ਉਪਮਾ ਦੇਣੀ ਹੈ, ਕਿਹਦੇ ਨਾਲ ਦਿਆਂ? ਤਾਂ ਮਹਾਰਾਜ ਜੀ ਮੈਨੂੰ ਪੂਰੇ ਸੰਸਾਰ ਵਿੱਚ ਕੋਈ ਦੂਜਾ ਐਸਾ ਦਿਸਦਾ ਹੀ ਨਹੀਂ ਜਿਹਨੂੰ ਵੇਖ ਕੇ ਕਹਿ ਸਕਾਂ ਵੀ ਮੇਰੇ ਗੁਰੂ ਅੰਗਦ ਦੇਵ ਸਾਹਿਬ ਦੇ ਨੇਤਰ ਇਹੋ ਜਿਹੇ ਨੇ ਜਾਂ ਉਹਨਾਂ ਦਾ ਮੁਖ ਮੰਡਲ ਇਹੋ ਜਿਹਾ। ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ, ਉਪਮਾ ਜਾਤ ਨਾ ਕਹੀ। ਮਹਾਰਾਜ ਤੁਹਾਡੀ ਮੈਂ ਉਪਮਾ ਨਹੀਂ ਦੇ ਸਕਦਾ। ਅਜਾਨ ਲੋਕ ਵੈ ਰਹੇ। ਮਹਾਰਾਜ ਜੀ ਇਹ ਪੂਰੇ ਲੋਕ ਤੁਹਾਡੀ ਮਹਿਮਾ ਤੋਂ ਅਣਜਾਣ ਹਨ। ਪ੍ਰਤੀਤ ਧਾਰ ਨਾ ਲਏ। ਪ੍ਰਤੀਤ ਧਾਰ ਕੇ ਭਰੋਸਾ ਧਾਰਨ ਕਰਕੇ ਤੁਹਾਡੇ ਤੋਂ ਇਹਨਾਂ ਨੇ ਨਹੀਂ ਪ੍ਰਾਪਤ ਕੀਤਾ। ਗੁਰੂ ਮਹਾਨ ਚੀਨਿਓ। ਮਹਾਰਾਜ ਜੀ ਤੁਸੀਂ ਮਹਾਨ ਗੁਰਦੇਵ ਹੋ। ਨਿਹਾਲ ਦਾਸ ਕੀਨਿਓ। ਜਿਨ੍ਹਾਂ ਨੇ ਜਾਣ ਲਿਆ ਕਿ ਗੁਰੂ ਸਾਹਿਬ ਤੁਸੀਂ ਮਹਾਨ ਹੋ, ਤੁਸੀਂ ਵੱਡੇ ਹੋ, ਮਹਾਰਾਜ ਆਪਣੇ ਉਹਨਾਂ ਦਾਸਾਂ ਨੂੰ ਤੁਸੀਂ ਨਿਹਾਲ ਕਰ ਦਿੱਤਾ। ਜਿਹੜੇ ਨਹੀਂ ਜਾਣ ਸਕੇ, ਅਣਜਾਣ ਹੀ ਰਹੇ, ਉਹਨਾਂ ਨੇ ਤੁਹਾਡੇ ਤੇ ਪ੍ਰਤੀਤ ਨਹੀਂ ਧਾਰੀ। ਪਰ ਜਿਨ੍ਹਾਂ ਨੇ ਜਾਣ ਲਿਆ ਕਿ ਤੁਸੀਂ ਵੱਡੇ ਹੋ, ਤੁਸੀਂ ਮਹਾਨ ਹੋ, ਮਹਾਰਾਜ ਜੀ ਆਪਣੇ ਉਹਨਾਂ ਦਾਸਾਂ ਨੂੰ ਤੁਸਾਂ ਨੇ ਨਿਹਾਲ ਕਰ ਦਿੱਤਾ। ਨਿਵਾਰ ਮੋਹ ਤਾਪ ਕੋ। ਤੁਸੀਂ ਆਪਣੇ ਸੇਵਕਾਂ ਦੇ ਮੋਹ ਦੇ ਤਾਪ ਨੂੰ ਨਿਵਾਰਨੇ ਵਾਲੇ ਹੋ। ਜਪਾਏ ਨਾਮ ਜਾਪ ਕੋ। ਮਹਾਰਾਜ ਜੀ ਤੁਹਾਡੇ ਪਵਿੱਤਰ ਅੰਮ੍ਰਿਤ ਨਾਮ ਦੇ ਜਾਪ ਨੂੰ ਤੁਸੀਂ ਜਪਾਇਆ ਹੈ, ਸੰਸਾਰ ਦੇ ਜੀਵਾਂ ਨੂੰ ਪਰਮੇਸ਼ਰ ਦੇ ਅੰਮ੍ਰਿਤ ਨਾਮ ਦੇ ਜਾਪ ਨੂੰ ਜਪਾਇਆ ਹੈ। ਸਦਾ ਅਧੀਨ ਪ੍ਰੇਮ ਕੋ। ਸਦਾ ਹੀ ਪ੍ਰੇਮ ਦੇ ਅਧੀਨ ਹੋ ਮਹਾਰਾਜ। ਤੁਸੀਂ ਪਰਮੇਸ਼ਰ ਦਾ ਜਾਪ ਜਪਾਇਆ ਸੰਸਾਰ ਦੇ ਜੀਆਂ ਨੂੰ। ਔਰ ਸਦਾ ਜਿਨ੍ਹਾਂ ਨੇ ਤੁਹਾਡੇ ਨਾਲ ਪ੍ਰੇਮ ਕੀਤਾ ਹੈ, ਉਹਨਾਂ ਪ੍ਰੇਮ ਕਰਨ ਵਾਲਿਆਂ ਦੇ ਤੁਸੀਂ ਸਦਾ ਹੀ ਅਧੀਨ ਹੋ। ਨਿਰਭਾਏ ਕੀਨ ਨੇਮ ਕੋ। ਮਹਾਰਾਜ ਜੀ ਤੁਸੀਂ ਨੇਮ ਨੂੰ ਨਿਭਾਉਣ ਵਾਲੇ ਹੋ। ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਇਹ ਨੇਮ ਗੁਰੂ ਅੰਗਦ ਦੇਵ ਸਾਹਿਬ ਵੀ ਨਿਭਾਉਂਦੇ ਰਹੇ ਹਨ। ਸੁਤਾਏ ਜੇ ਮਹੇਮ ਕੇ। ਮਹਾਰਾਜ ਜੀ ਤੁਸੀਂ ਆਪਣੇ ਸੇਵਕਾਂ ਨੂੰ ਕਸੌਟੀ ਦਾ ਤਾਪ ਤਪਾ ਕੇ ਉਹਨਾਂ ਨੂੰ ਸ਼ੁੱਧ ਸੋਨਾ ਬਣਾ ਕੇ ਸ਼ੁੱਧ 12 ਬੰਨੀ ਦਾ ਸੋਨਾ ਬਣਾਉਣ ਵਾਲੇ ਹੋ। ਸੋ ਦਾਨ ਦੇਤ ਛੇਮ ਕੇ। ਔਰ ਆਪਣੇ ਦਾਸਾਂ ਤੇ ਸੇਵਕਾਂ ਨੂੰ ਮੁਕਤੀ ਦਾ ਦਾਨ ਦੇਣ ਵਾਲੇ ਹੋ। ਸੋ ਛੰਦ ਸਿੰਧ ਨੰਦਨਾ। ਮਹਾਰਾਜ ਜੀ ਆਕਾਸ਼ ਵਿੱਚ ਚਮਕਣ ਵਾਲਾ ਜਿਹੜਾ ਚੰਦਰਮਾ ਹੈ, ਉਹ ਸਮੁੰਦਰ ਦਾ ਪੁੱਤ ਕਿਹਾ ਜਾਂਦਾ ਹੈ, ਉਹ ਸੁਤੰਤਰ ਨਹੀਂ ਹੈ। ਪਰ ਮਹਾਰਾਜ ਤੁਸੀਂ ਸੁਛੰਦ ਹੋ, ਸੁਤੰਤਰ ਹੋ, ਆਪ ਖੁਦ ਸੁਆਮੀ ਹੋ, ਮਾਲਕ ਹੋ। ਅਮੰਦ ਹੋ ਮਨਿੰਦਨਾ। ਮਹਾਰਾਜ ਜੀ ਤੁਹਾਡੇ ਬਰਾਬਰ ਕੋਈ ਨਹੀਂ। ਇਹ ਆਕਾਸ਼ ਵਿੱਚ ਚਮਕਣ ਵਾਲਾ ਚੰਦਰਮਾ ਮੰਦ ਹੋ ਜਾਂਦਾ, ਇਹ ਵੱਧਦਾ ਘਟਦਾ ਹੈ, ਪਰ ਤੁਹਾਡਾ ਪ੍ਰਤਾਪ ਉਸੇ ਤਰ੍ਹਾਂ ਦਾ ਹੀ ਹੈ ਜਿਵੇਂ ਪਹਿਲੋਂ ਹੈ, ਹੁਣ ਹੈ, ਅੱਗੇ ਨੂੰ ਵੀ ਇਸੇ ਤਰ੍ਹਾਂ ਹੀ ਰਹੇਗਾ। ਤੁਹਾਡੇ ਮਨਿੰਦ ਤੁਹਾਡੇ ਬਰਾਬਰ ਕੋਈ ਨਹੀਂ। ਗੋਬਿੰਦ ਸ਼ਤਰੁਕੰਦਨਾ। ਏ ਗੁਰੂ ਅੰਗਦ ਦੇਵ ਸਾਹਿਬ ਤੁਸੀਂ ਗੋਬਿੰਦ ਰੂਪ ਹੋ। ਇਹ ਸਾਰੀ ਧਰਤੀ ਦੇ ਸੁਆਮੀ ਮਾਲਕ ਹੋ। ਸ਼ਤਰੁਕੰਦਨਾ, ਸ਼ਤਰੂਆਂ ਦਾ, ਦੁਸ਼ਮਣਾਂ ਦਾ, ਦੋਖੀਆਂ ਦਾ ਨਾਸ਼ ਕਰਨ ਵਾਲੇ ਹੋ। ਸੋ ਬੰਦਨਾ ਤੋ ਬੰਦਨਾ। ਮਹਾਰਾਜ ਜੀ ਤੁਹਾਨੂੰ ਮੇਰੀ ਵੰਦਨਾ ਹੈ, ਤੁਹਾਨੂੰ ਮੇਰੀ ਵੰਦਨਾ ਹੈ, ਨਮਸਕਾਰ ਹੈ। ਦੋਹਰਾ ਸ਼੍ਰੀ ਸਤਿਗੁਰ ਕੇ ਮ ਆਪੇ ਅਬ ਹੋਏ ਗਏ ਅੰਤਰ ਧਿਆਨ। ਬੇਨਤੀ ਕਰਦਿਆਂ ਕਹਿੰਦੇ ਹੈ ਸ਼੍ਰੀ ਸਤਿਗੁਰੂ ਜੀ, ਆਪ ਜੀ ਇਸ ਤਰ੍ਹਾਂ ਅਚਾਨਕ ਕਿਵੇਂ ਅੰਤਰ ਧਿਆਨ ਹੋ ਸਕਦੇ ਹੋ? ਅਚਾਨਕ ਹੀ ਇਸ ਤਰ੍ਹਾਂ ਕਿਵੇਂ ਅੰਤਰ ਧਿਆਨ ਹੋ ਗਏ? ਲੋਕਨ ਕੀ ਸ਼ੰਕਾ ਕਹਾ ਤੁਮੇ ਨਾ ਉਚਿਤ ਮਹਾਨ। ਜੇ ਲੋਕਾਂ ਨੇ ਸ਼ੰਕਾ ਕੀਤੀ ਕਿ ਕਈਆਂ ਨੇ, ਤੇ ਮਹਾਰਾਜ ਉਹਨਾਂ ਦਾ ਸ਼ੰਕਾ ਨਿਵਾਰਨਾ ਆਪ ਜੀ ਦਾ ਸੀਗਾ ਕਰਤੱਵ, ਪਰ ਇਸੇ ਤਰ੍ਹਾਂ ਸਾਨੂੰ ਦਰਸ਼ਨ ਦਿੱਤੇ ਬਿਨਾ ਅਚਾਨਕ ਅੰਤਰ ਧਿਆਨ ਹੋ ਜਾਣਾ ਇਹ ਯੋਗ ਨਹੀਂ। ਦੇਹੋ ਦਰਸ਼ਨ ਕਰੋ ਨਾ ਕਰੋ ਪ੍ਰਥਮ ਜਗਤ ਕੀ ਰੀਤ। ਮਹਾਰਾਜ
ਜਿਵੇਂ ਪਹਿਲੋਂ ਦਰਸ਼ਨ ਦੇ ਕੇ ਨਿਵਾਜ ਰਹੇ ਸੀ, ਉਸੇ ਤਰ੍ਹਾਂ ਹੁਣ ਵੀ ਕਿਰਪਾ ਕਰਕੇ ਆਪਣੇ ਦਰਸ਼ਨ ਦੇ ਕੇ ਨਿਵਾਜੋ। ਆਪਣੇ ਦਰਸ਼ਨ ਦੇ ਕੇ ਕਿਰਤਾਰਥ ਕਰੋ ਗਰੀਬ ਨਵਾਜ। करते रहे सो अब करो क्यों ठानो विपरीत। ਪਹਿਲਾਂ ਕਿਰਤਾਰਥ ਕਰਦੇ ਰਹੇ ਉਹ ਦਰਸ਼ਨ ਦੇ ਕੇ, ਉਸੇ ਤਰ੍ਹਾਂ ਹੁਣ ਵੀ ਦਰਸ਼ਨ ਦੇ ਕੇ ਕਿਰਤਾਰਥ ਕਰੋ ਮਹਾਰਾਜ। ਏਦਾਂ ਇਹ ਵਿਪਰੀਤ ਕਰਮ ਨਾ ਕਰੋ। परम ताम अभिराम को गमनो ए तन त्याग। ਸਾਹਿਬ ਜੇ ਪਰਮ ਧਾਮ ਨੂੰ ਆਪ ਜੀ ਨੇ ਜਾਣਾ ਹੈ ਤਾਂ ਆਪਣਾ ਇਹ ਪੰਜ ਭੌਤਿਕ ਸਰੀਰ ਤਿਆਗ ਕੇ ਜਾਵੋ। ਇਸ ਸਰੀਰ ਨੂੰ ਤਿਆਗ ਕੇ ਜਾਵੋ, ਆਪ ਜੀ ਦਾ ਪਾਵਨ ਸਥਾਨ ਉਜਾਗਰ ਹੋਵੇ। इम बिनती सुन दास की जान महा अनुराग। ਜਦੋਂ ਆਪਣੇ ਸੇਵਕ ਦਾਸ ਯਾਨੀ ਕਿ ਗੁਰੂ ਅਮਰਦਾਸ ਸਾਹਿਬ ਜੀ ਦੀ ਬੇਨਤੀ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸੁਣੀ ਕਿ ਬੜੇ ਹੀ ਪ੍ਰੇਮ ਦੇ ਵਿੱਚ ਆ ਕੇ ਗੁਰੂ ਅਮਰਦਾਸ ਸਾਹਿਬ ਨੇ ਬੇਨਤੀ ਕੀਤੀ ਹੈ। सिंहासन पर बिदत पे देख सकल हर खाए। ਇੱਕਦਮ ਸਿੰਘਾਸਣ ਤੇ ਸਤਿਗੁਰੂ ਜੀ ਪ੍ਰਗਟ ਹੋ ਗਏ। ਸਾਰੀ ਸੰਗਤ ਨੇ ਦਰਸ਼ਨ ਕੀਤੇ, ਵੇਖ ਕੇ ਸਭ ਦੇ ਮਨ 'ਚ ਖੁਸ਼ੀ ਹੋਈ। जय जय शब्द उचार कर परे दूर सब पाए। ਜੈ ਜੈਕਾਰ ਦਾ ਨਾਦ ਗੁਜਾਉਂਦਿਆਂ ਸਭ ਮਹਾਰਾਜ ਜੀ ਦੇ ਚਰਨਾਂ ਤੇ ਆ ਕੇ ਢਹਿ ਪਏ। ਖਿਮਾ ਕਰੋ ਮਹਾਰਾਜ, ਜਿਨ੍ਹਾਂ ਨੇ ਸ਼ੰਕਾ ਕੀਤਾ ਸੀ ਨਾ ਉਹ ਸਭ ਆਣ ਪਏ। ਮਹਾਰਾਜ ਜੀ ਦੀ ਜੈ ਜੈਕਾਰ ਕਰਦੇ ਨੇ, ਨਾਲੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ ਤੇ ਪ੍ਰਣਾਮ ਕਰਦੇ, ਨਮਸਕਾਰ ਕਰਦੇ ਹਨ। दोहरा अमरदास होए पास गुर निज अरदास प्रकाश। ਧੰਨ ਗੁਰੂ ਅਮਰਦਾਸ ਸਾਹਿਬ ਗੁਰੂ ਅੰਗਦ ਸਾਹਿਬ ਦੇ ਪਾਸ ਆਏ, ਕੋਲ ਆ ਕੇ ਆਪਣੀ ਬੇਨਤੀ ਸਤਿਗੁਰਾਂ ਦੇ ਚਰਨਾਂ 'ਚ ਕੀਤੀ। अद्भुत लीला आपकी सदा बिलास हुलास। ਕਹਿਣ ਲੱਗੇ ਮਹਾਰਾਜ ਆਪ ਜੀ ਦੀ ਲੀਲਾ ਅਦਭੁਤ ਹੈ, ਆਪ ਜੀ ਸਦਾ ਹੀ ਹੁਲਾਸ ਵਾਲੇ ਬਿਲਾਸ ਕਰਦੇ ਹੋ। चौपाई एक कारण किमरावर कीना। ਮਹਾਰਾਜ ਜੀ ਇਹ ਕਾਰਨ ਆਪ ਜੀ ਨੇ ਕੀ ਵਰਤਾਇਆ। ਸੰਗਤ ਨੂੰ ਗੁਰੂ ਸਾਹਿਬ ਤਾਂ ਜਾਣਦੇ ਸੀ, ਸੰਗਤ ਨੂੰ ਪਤਾ ਲੱਗ ਜੇ ਵੀ ਕਿਉਂ ਇਹ ਲੀਲਾ ਵਰਤੀ ਹੈ, ਇਸ ਕਰਕੇ ਪੁੱਛਦੇ ਨੇ ਗੁਰੂ ਅਮਰਦਾਸ ਜੀ ਮਹਾਰਾਜ ਇਹ ਕਾਰਨ ਆਪ ਜੀ ਨੇ ਕਿਵੇਂ ਵਰਤਾਇਆ, ਕਿਉਂ ਵਰਤਾਇਆ। सबके मन अचरज बड़ दीना। ਮਹਾਰਾਜ ਜੀ ਸਭ ਦੇ ਮਨ ਵਿੱਚ ਅਚਰਜ ਹੈ, ਸਭ ਦੇ ਮਨ 'ਚ ਹੈਰਾਨੀ ਹੈ। इस प्रकार ने उचित तुम्हारे। ਮਹਾਰਾਜ ਜੀ ਇਸ ਪ੍ਰਕਾਰ ਕਰਨਾ ਯੋਗ ਨਹੀਂ ਸੀ। परम ताम को जथा पधारे। ਜਿਵੇਂ ਆਪ ਜੀ ਸਰੀਰ ਸਮੇਤ ਹੀ ਪਰਮ ਧਾਮ ਜਾ ਰਹੇ ਸੀ। श्री अंगद सुन तबे बखाना। ਸੁਣ ਕੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਬੋਲੇ। सिखन के मन शंक महाना। ਮਹਾਰਾਜ ਜੀ ਕਹਿੰਦੇ ਪੁਰਖਾ ਸਿੱਖਾਂ ਦੇ ਮਨ 'ਚ ਸ਼ੰਕਾ ਸੀ, ਸਿੱਖਾਂ ਦੇ ਮਨ 'ਚ ਕਈਆਂ ਦੇ ਸੰਦੇਹ ਸੀ सैत शरीर बैकुंठ सिधारे। ਕਿ ਗੁਰੂ ਸਾਹਿਬ ਸਰੀਰ ਦੇ ਸਮੇਤ ਬੈਕੁੰਠ ਜਾਣਗੇ, ਏਦਾਂ ਇਹਨਾਂ ਦੇ ਮਨ 'ਚ ਸ਼ੰਕਾ ਸੀ। आपस में मिल करते उचारे। ਆਪਸ ਵਿੱਚ ਮਿਲ ਕੇ ਇਉਂ ਗੱਲਾਂ ਕਰਦੇ ਸਨ, ਇਉਂ ਵਿਚਾਰਾਂ ਕਰਦੇ ਸਨ। एव न करते शरदा नासत। ਜੇ ਅਸੀਂ ਇਉਂ ਨਾ ਕਰਦੇ ਤਾਂ ਇਹਨਾਂ ਦੇ ਮਨ ਦੀ ਸ਼ਰਧਾ ਨਸ਼ਟ ਹੋ ਜਾਣੀ ਸੀ। ਜੇ ਅਸੀਂ ਸਰੀਰ ਸਮੇਤ ਅਲੋਪ ਨਾ ਹੁੰਦੇ ਤਾਂ ਸਿੱਖਾਂ ਦੇ ਮਨ ਦੀ ਸ਼ਰਧਾ ਚਲੀ ਜਾਣੀ ਸੀ। लगत दोष मम दासन ग्रासत। ਤੇ ਮੇਰਿਆਂ ਦਾਸਾਂ ਨੂੰ ਦੋਸ਼ ਲੱਗਣਾ ਸੀ। ਇਹ ਸ਼ਰਧਾ ਵਿਹੂਣੇ ਹੁੰਦੇ ਤਾਂ ਭ੍ਰਸ਼ਟ ਹੋ ਜਾਂਦੇ, ਉਹ ਵੀ ਫਿਰ ਸਾਨੂੰ ਹੀ ਦੋਸ਼ ਲੱਗਣਾ ਸੀ ਵੀ ਪੂਰਾ ਗੁਰੂ ਤਾਂ ਉਹ ਹੈ ਜਿਹੜਾ ਸਿੱਖ ਦੇ ਅੰਦਰ ਸ਼ੰਕਾ ਨਾ ਰਹਿਣ ਦੇਵੇ। ਆਖੋ ਸਤਨਾਮ श्री वाहिगुरु। ਸ਼ਾਸਤਰਕਾਰ ਕਹਿੰਦੇ ਐ ਕਿ ਜਿਹੜਾ ਗੁਰੂ ਆਪਣੇ ਸਿੱਖ ਦਾ ਸ਼ੰਕਾ ਨਾ ਨਿਵਾਰ ਸਕੇ ਉਹ ਗੁਰੂ ਨਰਕਗਾਮੀ ਹੁੰਦਾ ਹੈ, ਔਰ ਜਿਹੜਾ ਸਿੱਖ ਆਪਣੇ ਸ਼ੰਕੇ ਦੀ ਨਿਰਵਿਰਤੀ ਲਈ ਗੁਰੂ ਅੱਗੇ ਬੇਨਤੀ ਨਾ ਕਰਕੇ ਉਸ ਸ਼ੰਕੇ ਨੂੰ ਪਾਲੀ ਜਾਵੇ, ਸ਼ਰਧਾ ਵਿਹੂਣਾ ਹੋ ਜਾਏ,
ਤੇ ਸ਼ਰਧਾ ਵਿਹੂਣਾ ਹੋ ਕੇ ਉਹ ਸਿੱਖ ਫਿਰ ਨਰਕਾਂ ਨੂੰ ਚਲਿਆ ਜਾਂਦਾ ਹੈ। ਪਾਤਸ਼ਾਹ ਕਹਿੰਦੇ ਅਸੀਂ ਆਪਣੇ ਸੇਵਕਾਂ ਦੇ ਮਨ ਦਾ ਸ਼ੰਕਾ ਨਿਵਾਰਨਾ ਸੀ ਤਾਂ ਜੋ ਉਹਨਾਂ ਦੇ ਮਨ ਦੀ ਸ਼ਰਧਾ ਨਸ਼ਟ ਨਾ ਹੁੰਦੀ। ਇਸ ਕਰਕੇ ਅਸੀਂ ਇਹ ਲੀਲਾ ਵਰਤਾਈ ਹੈ। ਸਭ ਇਨ ਮਨ ਸ਼ੰਕਾ ਮਲ ਤਾਰੀ। ਸਭ ਨੇ ਆਪਣੇ ਮਨ ਵਿੱਚ ਸ਼ੰਕਾ ਦੀ ਮੈਲ ਧਾਰੀ ਸੀ। ਇਹ ਕਈਆਂ ਦੇ ਮਨਾਂ 'ਚ ਸ਼ੰਕੇ ਦੀ ਮੈਲ ਆ ਗਈ ਸੀ। ਇਹੋ ਕ੍ਰਿਤ ਕਰ ਜਲ ਸਾਥ ਪਖਾਰੀ। ਇਹ ਲੀਲਾ ਕਰਕੇ ਇਹ ਚੋਜ ਵਰਤਾ ਕੇ ਮਾਨੋ ਅਸੀਂ ਮੀਂਹ ਪਾ ਦਿੱਤਾ ਹੈ, ਜਿਹਦੇ ਨਾਲ ਇਹਨਾਂ ਸਾਰਿਆਂ ਦੇ ਮਨਾਂ ਦੇ ਸ਼ੰਕਾ ਦੀ ਮੈਲ ਧੋਤੀ ਗਈ ਹੈ। ਜਿਵੇਂ ਮੀਂਹ ਨਾਲ ਮੈਲ ਧੋਤੀ ਜਾਂਦੀ ਹੈ, ਮਿੱਟੀ ਧੋਤੀ ਜਾਂਦੀ ਹੈ, ਇਉਂ ਇਸ ਕ੍ਰਿਤ ਦੇ ਨਾਲ ਇਹਨਾਂ ਦੇ ਮਨ ਦੀ ਇਹ ਮੈਲ ਸ਼ੰਕੇ ਦੀ ਨਿਰਵਿਰਤੀ ਹੋਈ ਹੈ। ਮਮ ਸੰਗਤ ਤੇ ਸਿੱਖ ਸੁਖ ਪਾਵੇ। ਮੇਰੀ ਸੰਗਤ ਕਰਕੇ ਮੇਰੇ ਸਿੱਖਾਂ ਨੂੰ ਸੁਖ ਪ੍ਰਾਪਤ ਹੋਵੇਗਾ। ਬਿਨ ਸ਼ਰਧਾ ਸੋ ਹਾਥ ਨ ਆਵੇ। ਪਰ ਜੇ ਉਹ ਸ਼ਰਧਾ ਨਾ ਰੱਖਣਗੇ ਤੇ ਫਿਰ ਸੁਖ ਕਿਵੇਂ ਮਿਲੇਗਾ? ਮੇਰੀ ਸੰਗਤ ਕਰਕੇ ਜਿਹੜੇ ਸ਼ਰਧਾ ਰੱਖਣਗੇ ਉਹਨਾਂ ਨੂੰ ਸੁਖ ਪ੍ਰਾਪਤ ਹੋਣਾ ਨਾ। ਜੇ ਸ਼ੰਕਾ ਕਰਕੇ ਸ਼ਰਧਾ ਵੀ ਹੁਣੇ ਹੋ ਜਾਂਦੇ, ਸੁਖੀ ਨਾ ਹੁੰਦੇ। ਇਸ ਕਰਕੇ ਅਸੀਂ ਇਹਨਾਂ ਦੇ ਮਨਾਂ ਦੀ ਸ਼ਰਧਾ ਬਹਾਲ ਕਰਨੇ ਨਿਮਿਤ ਇਹ ਚੋਜ ਵਰਤਾਇਆ, ਇਹ ਲੀਲਾ ਵਰਤਾਈ। ਇਹ ਗੁਰੂ ਕਲਾ ਅੱਜ ਵੀ ਗੁਰੂ ਘਰਾਂ ਵਿੱਚ ਕਿਤੇ ਨਾ ਕਿਤੇ ਕਦੇ ਨਾ ਕਦੇ ਵਰਤਦੀ ਹੈ, ਤਾਂ ਜੋ ਗੁਰੂ ਕੇ ਸਿੱਖਾਂ ਅੰਦਰ ਸ਼ਰਧਾ ਭਾਵ ਗੁਰੂ ਸਾਹਿਬ ਜੀ ਦੇ ਉੱਤੇ ਬਣਿਆ ਰਹੇ। ਪਹਿਲਾਂ ਵੀ ਵਰਤਦੀ ਰਹੀ ਹੈ, ਹੁਣ ਵੀ ਵਰਤਦੀ ਹੈ। ਕਦੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਦੇ ਦਰ ਤੇ ਗੂੰਗੇ ਬੋਲਣ ਲੱਗ ਪੈਂਦੇ ਹੈ, ਕਦੇ ਸਤਿਗੁਰਾਂ ਦੇ ਕਿਸੇ ਸਥਾਨ ਤੇ ਕੋਈ ਦੁੱਖ ਦੀ ਨਿਰਵਿਰਤੀ ਹੋ ਜਾਂਦੀ ਹੈ। ਇਹ ਗੁਰੂ ਸਾਹਿਬ ਜੀ ਦੀ ਕਲਾ ਵਰਤਦੀ ਹੈ ਇਸ ਕਰਕੇ ਕਿ ਗੁਰ ਸਿੱਖਾਂ ਅੰਦਰ ਸ਼ਰਧਾ ਭਾਵਨਾ ਬਣੀ ਰਹੇ। ਇਹ ਕਲਾ ਹੈ, ਗੁਰੂ ਸਾਹਿਬ ਦੀ ਖੇਡ ਹੈ। ਇਹ ਰਚੀ ਹੋਈ ਹੈ, ਪਾਤਸ਼ਾਹ ਦੀ ਆਪਣੀ ਰਚੀ ਹੋਈ ਰਚਨਾ ਹੈ। ਬਿਗਸ ਬਦਨ ਤੇ ਬੌਰ ਬਖਾਨੀ। ਫਿਰ ਮਹਾਰਾਜ ਜੀ ਹੱਸ ਕੇ ਨਾ ਖੇੜੇ ਵਿੱਚ ਆ ਕੇ ਬੋਲੇ, ਸੁਨ ਪੁਰਖਾ ਤੂੰ ਪੂਰਨ ਗਿਆਨੀ। ਮਹਾਰਾਜ ਜੀ ਕਹਿਣ ਲੱਗੇ, ਪੁਰਖਾ ਤੂੰ ਪੂਰਨ ਗਿਆਨੀ ਹੈ। ਗੁਰੂ ਅਮਰਦਾਸ ਸਾਹਿਬ ਨੂੰ ਕਹਿੰਦੇ, ਗੁਰੂ ਅੰਗਦ ਸਾਹਿਬ ਕਹਿੰਦੇ, ਪੁਰਖਾ ਤੂੰ ਪੂਰਨ ਗਿਆਨ ਨੂੰ ਪ੍ਰਾਪਤ ਹੋ ਗਿਆ। ਇਹ ਜਗ ਸਲਤਾ ਕੋ ਸੋ ਪ੍ਰਵਾਹ। ਇਹ ਜਿਹੜਾ ਜਗਤ ਹੈ ਇਹ ਦਰਿਆ ਦੇ ਪ੍ਰਵਾਹ ਵਾਂਗੂ ਹੈ। ਚਲਿਓ ਜਾਤ ਪੁਨ ਪੂਰਨ ਆਹਾ। ਜਿਹੜਾ ਪਾਣੀ ਦਾ ਪੂਰ ਅੱਗੇ ਲੰਘ ਗਿਆ, ਪਿੱਛੇ ਹੋਰ ਆ ਜਾਂਦਾ ਹੁਣ ਨਹੀਂ। ਇਹ ਦਰਿਆ ਹੈ, ਜਿਵੇਂ ਪਾਣੀ ਨਦੀ ਵਹਿੰਦੀ ਹੈ ਨਾ, ਦਰਿਆ ਵਹਿੰਦਾ, ਜਿੰਨਾ ਪਾਣੀ ਅੱਗੇ ਲੰਘ ਗਿਆ ਪਿੱਛੇ ਉਹਨਾਂ ਹੋਰ ਆ ਜਾਂਦਾ। ਏਦਾਂ ਇਹ ਜਗਤ ਦਰਿਆ ਦੇ ਪ੍ਰਵਾਹ ਵਾਂਗੂ ਹੈ। ਪੂਰਾਂ ਦੇ ਪੂਰ ਭਰ ਕੇ ਜਾ ਰਹੇ ਨੇ ਤੇ ਪੂਰਾਂ ਦੇ ਪੂਰ ਹੀ ਭਰ ਕੇ ਪਿੱਛੋਂ ਆ ਰਹੇ ਨੇ, ਜੰਮ ਵੀ ਰਹੇ ਨੇ ਤੇ ਮਰ ਵੀ ਰਹੇ ਨੇ। ਇਹ ਪ੍ਰਕਿਰਤੀ ਦਾ ਨਿਯਮ ਹੈ। ਜਲ ਤਰੰਗ ਜਿਉ ਜਲੇ ਸਮਾਵੇ। ਜਿਵੇਂ ਪਾਣੀ ਵਿੱਚੋਂ ਉੱਠੀ ਪਾਣੀ ਦੀ ਤਰੰਗ ਪਾਣੀ 'ਚ ਹੀ ਸਮਾ ਜਾਂਦੀ ਹੈ। ਹੈ ਜਲ ਜਲ ਤੇ ਭਿੰਨ ਦਿਖਾਵੇ। ਹੁਣ ਉਹ ਤਰੰਗ ਹੁੰਦੀ ਤਾਂ ਪਾਣੀ ਹੈ, ਪਰ ਪਾਣੀ ਤੋਂ ਵੱਖਰੀ ਦਿਸਦੀ ਹੈ ਤਾਂ ਪਾਣੀ ਉਹਦੇ ਵਿੱਚ, ਪਰ ਉਹ ਪਾਣੀ ਤੋਂ ਵੱਖਰੀ ਦਿਸਦੀ ਹੈ। ਸੰਤ ਦ્વੈਤ ਤਿਮ ਨਾਹਿਨ ਮਾਨੇ। ਇਸੇ ਤਰ੍ਹਾਂ ਜਿਹੜੇ ਸੰਤ ਨੇ ਉਹ ਦ્વੈਤ ਨਹੀਂ ਮੰਨਦੇ, ਉਹ ਇੱਕ ਨੂੰ ਹੀ ਮੰਨਦੇ ਨੇ। ਉਹਨਾਂ ਨੂੰ ਤਰੰਗ ਵੱਖਰੀ ਨਹੀਂ ਦਿਸਦੀ, ਤਰੰਗ ਵਿੱਚ ਵੀ ਪਾਣੀ ਦਿਸਦਾ। ਪਰਮੇਸ਼ਰ ਤੋਂ ਪੈਦਾ ਹੋਏ ਜੀਵ ਪਰਮੇਸ਼ਰ ਤੋਂ ਵੱਖਰੇ ਨਹੀਂ, ਉਹਨਾਂ ਸਾਰਿਆਂ ਵਿੱਚ ਹੀ ਉਹ ਪਰਮੇਸ਼ਰ ਦੀ ਜੋਤ ਨੂੰ ਵੇਖਦੇ ਨੇ। ਆਤਮ ਪਰਮਾਤਮ ਇੱਕ ਜਾਣੀ। ਉਹ ਆਤਮਾ ਤੇ ਪ੍ਰਮਾਤਮਾ ਨੂੰ ਇੱਕ ਕਰਕੇ ਹੀ ਜਾਣਦੇ ਨੇ ਜਿਹੜੇ ਸੰਤ ਹਨ। ਜਿਮ ਜਲ ਵਿਖੇ ਬੁੱਧ ਬੁੱਧਾ ਹੋਏ। ਜਿਵੇਂ ਪਾਣੀ ਵਿੱਚੋਂ ਬੁੱਧ ਬੁੱਧਾ ਪੈਦਾ ਹੁੰਦਾ ਹੈ। ਜਨਮ ਮਰਨ ਦੋਹਿਨ ਇਮ ਜੋਏ। ਉਹ ਪਾਣੀ ਵਿੱਚ ਹੀ ਸਮਾ ਜਾਂਦਾ। ਇਸੇ ਤਰ੍ਹਾਂ ਜਨਮ ਤੇ ਮਰਨ ਦੀ ਖੇਡ ਹੈ। ਪੱਤਰ ਪੁਰਾਤਨ ਤਰੁ ਕੇ ਗਿਰੇ। ਜਿਵੇਂ ਕਿਸੇ ਦਰਖਤ ਦੇ ਪੁਰਾਣੇ ਪੱਤੇ ਜਿਹੜੇ ਨੇ ਟੁੱਟ ਕੇ ਡਿੱਗ ਜਾਂਦੇ ਨੇ। ਬੌਰ ਨ ਜੁਰੇ ਨਹੀਂ ਲੱਗ ਪਰੇ। ਉਹ ਪੱਤੇ ਨਹੀਂ ਮੁੜ ਜੁੜਦੇ, ਉਹਨਾਂ ਦੀ ਥਾਵੇਂ ਨਵੇਂ ਪੱਤੇ ਆ ਜਾਂਦੇ ਨੇ। ਤਥਾ ਸਰੀਰ ਜਰਜਰੀ ਹੋਏ। ਇਸੇ ਤਰ੍ਹਾਂ ਜਦੋਂ ਇਹ ਸਰੀਰ ਜਰਜਰੀ ਹੁੰਦੇ ਨੇ, ਪੁਰਾਣੇ ਹੁੰਦੇ ਨੇ, ਮਰਤ ਨ ਇਹ ਉਪਜੇ ਜਗ ਜੋਏ। ਇਹ ਮਰ ਜਾਂਦੇ ਨੇ, ਇਹ ਸਰੀਰ ਨਹੀਂ ਦੁਬਾਰਾ ਆਉਂਦਾ, ਫਿਰ ਨਵੇਂ ਸਰੀਰ ਪ੍ਰਾਪਤ ਹੁੰਦੇ ਨੇ। ਜਗਤ ਅਨਾਦ ਕਾਲ ਕੋ ਐਸੇ। ਅਨਾਦਿ ਕਾਲ ਤੋਂ ਇਹ ਜਗਤ ਦਾ ਪ੍ਰਵਾਹ ਇਸੇ ਤਰ੍ਹਾਂ ਹੀ ਚੱਲਦਾ ਆ ਰਿਹਾ ਹੈ। ਚਲਿਓ ਆਏ
ਜੈ ਪਾਰ ਨ ਕੈਸੇ। ਇਹਦਾ ਕੋਈ ਪਾਰ ਉਰਾਰ ਨਹੀਂ ਵੀ ਕਦੋਂ ਦਾ ਬਣਿਆ ਤੇ ਕਦੋਂ ਦਾ ਚੱਲ ਰਿਹਾ ਹੈ। ਅਬ ਤੁਮ ਸਭ ਨੇ ਮੋਹੇ ਪਿਛਾਰੀ। ਮਹਾਰਾਜ ਜੀ ਹੁਣ ਰੀਤ ਦੱਸਦੇ, ਮਰਿਆਦਾ ਦੱਸਦੇ ਕਿ ਹੁਣ ਤੁਸੀਂ ਸਾਡੇ ਪਿੱਛੋਂ ਕਰੋ ਨ ਸ਼ੋਕ ਮੋਹ ਕੋ ਟਾਰੀ। ਸਾਡੇ ਪਿੱਛੋਂ ਕਿਸੇ ਨੇ ਸ਼ੋਕ ਨਹੀਂ ਕਰਨਾ, ਮੋਹ ਨਹੀਂ ਰੱਖਣਾ, ਮਮਤਾ ਨਹੀਂ ਕਰਨੀ ਸਰੀਰਾਂ ਦੀ। ਮੰਗਲ ਨਾਨਾ ਭਾਂਤ ਕਰੀਜੈ। ਮਹਾਰਾਜ ਜੀ ਕਹਿੰਦੇ ਨਾਨਾ ਪ੍ਰਕਾਰ ਦੇ ਮੰਗਲ ਕਰਨੇ ਆ, ਸਾਡੇ ਚਲੇ ਗਿਆ, ਸਾਡੇ ਪਿੱਛੋਂ ਖੁਸ਼ੀ ਮਨਾਉਣੀ ਆ, ਮੰਗਲ ਕਰਨੇ ਹਨ। ਸ਼ਬਦ ਕੀਰਤਨ ਪਠੋ ਸੁਨੀਜੈ। ਗੁਰਬਾਣੀ ਦਾ ਸ਼ਬਦ ਕੀਰਤਨ ਪੜ੍ਹਨਾ ਤੇ ਗਾਵਣਾ ਤੇ ਸੁਣਨਾ ਹੈ। ਦੋਨੋਂ ਪੁੱਤਰ ਆਏ ਤਿਸ ਕਾਲਾ। ਇਹਨੇ ਨੂੰ ਮਹਾਰਾਜ ਜੀ ਦੇ ਦੋਵੇਂ ਪੁੱਤਰ ਹਾਜ਼ਰ ਹੋਏ, ਸਤਿਗੁਰਾਂ ਦੇ ਸਨਮੁਖ ਆ ਕੇ ਪੁੱਛਣ ਲੱਗੇ, ਮਹਾਰਾਜ ਸਾਡੇ ਵਾਸਤੇ ਪੁੱਤਰ ਧਰਮ ਕੀ ਹੈ? ਆਪ ਜੀ ਦੇ ਨਿਮਿਤ ਪਿੱਛੋਂ ਅਸੀਂ ਕਿਹੜੀ ਕਿਰਿਆ ਕਰੀਏ? ਉਹ ਗੁਰੂ ਅੰਗਦ ਦੇਵ ਸਾਹਿਬ ਜੀ ਦੱਸ ਰਹੇ ਨੇ, ਸਤਿਗੁਰੂ ਜੀ ਜਿਵੇਂ ਸੱਚਖੰਡ ਜਾ ਰਹੇ ਨੇ, ਜੋਤੀ ਜੋਤ ਸਮਾ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰਾਂ ਦੀ ਅੰਮ੍ਰਿਤਮਈ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ 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 ਹੇ ਅਚੁੱਤ ਹੈ ਪਾਰ ਬ੍ਰਹਮ ਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਪੰਜਨ ਗੁਣਤਾਸ ਹੇ ਸੰਗੀ ਹੈ ਨਿਰੰਕਾਰ ਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਪੀਓ ਅਨਹਾਰ ਹੇ ਸੰਤਹ ਕੈ ਸਦਾ ਸੰਗ ਆਰਾਇਆਧਾਰ ਹੇ ਠਾਕੁਰ ਹਉ ਦਾਸਰੋ ਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤੇ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।